ਦਰਵਾਜ਼ੇ ਦੇ ਪਿੱਛੇ ਲੁਕੀ ਹੋਈ ਮੈਂ ਥਰ-ਥਰ ਕੰਬ ਰਹੀ ਸੀ। ਬਾਹਰ ਬਰਾਂਡੇ ਦੇ ਵਿੱਚੋਂ ਆਉਣ ਵਾਲੀਆਂ ਆਵਾਜ਼ਾਂ ਮੇਰੀ ਜਾਨ ਕੱਢ ਰਹੀਆਂ ਸਨ। ਮੇਰਾ ਦਿਲ ਬੈਠਾ ਜਾ ਰਿਹਾ ਸੀ। ਜੋ ਗੱਲਾਂ ਮੈਂ ਬਾਹਰੋਂ ਸੁਣੀਆਂ ਸਨ ਉਹ ਮੇਰੀ ਜਾਨ ਲੈਣ ਦੇ ਲਈ ਕਾਫੀ ਸਨ। ਮੇਰੀ ਆਪਣੀ ਮਾਂ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਸੀ? ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ। ਮੈਂ ਆਪਣੀਆਂ ਅੱਖਾਂ ਮਸਲਦੇ ਹੋਏ ਅਤੇ ਆਪਣੇ ਕੰਨ ਖੋਲ ਕੇ ਗੱਲਾਂ ਦੁਬਾਰਾ ਸੁਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੱਚਾਈ ਉਹੀ ਸੀ ਜੋ ਮੈਂ ਕੁਝ ਸਮਾਂ ਪਹਿਲਾਂ ਸੁਣੀ ਸੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ। ਮੈਂ ਉੱਥੇ ਗੇਟ ਦੇ ਕੋਲ ਹੀ ਬੈਠ ਗਈ ਸੀ। ਮੇਰੀ ਮਾਂ ਉਸ ਆਦਮੀ ਨੂੰ ਕਹਿ ਰਹੀ ਸੀ ਕਿ ਠੀਕ ਹੈ ਮਾਲਕ, ਤੁਸੀਂ ਕੱਲ ਜਾਂ ਪਰਸੋਂ ਆ ਜਾਇਓ ਅਤੇ ਮੇਰੀ ਬੇਟੀ ਨੂੰ ਲੈ ਜਾਇਓ। ਅਸੀਂ ਤਾਂ ਤੁਹਾਡੇ ਨੌਕਰ ਹਾਂ। ਮਾਲਿਕ ਤੁਹਾਡਾ ਹੁਕਮ ਸਿਰ ਮੱਥੇ ਤੇ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਵੇਗਾ। ਜੇਕਰ ਤੁਸੀਂ ਜਾਨ ਵੀ ਮੰਗੋਗੇ ਤਾਂ ਜਾਨ ਹਾਜ਼ਰ ਹੈ। ਮੇਰੀ ਬੇਟੀ ਕੀ ਚੀਜ਼ ਹੈ? ਜ਼ਿਮੀਂਦਾਰ ਸਾਹਿਬ ਦਾ ਛੋਟਾ ਬੇਟਾ ਅੰਕੁਰ ਪ੍ਰਤਾਪ ਆਪਣੀਆਂ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਬਾਹਰ ਚਲਾ ਗਿਆ। ਉਸ ਦੀ ਹਾਸੀ ਨੇ ਮੇਰੀ ਦੁਨੀਆ ਨੂੰ ਉਲਟ ਪੁਲਟ ਕਰਕੇ ਰੱਖ ਦਿੱਤਾ। ਮੈਂ ਡਰ ਦੇ ਮਾਰੇ ਥਰ-ਥਰ ਕੰਬ ਰਹੀ ਸੀ। ਛੋਟੇ ਮਾਲਕ ਅੰਕੁਰ ਪ੍ਰਤਾਪ ਦੇ ਜਾਂਦੇ ਹੀ ਮੇਰੀ ਮਾਂ ਨੇ ਮੈਨੂੰ ਆਵਾਜ਼ ਮਾਰੀ, ਗੌਰੀ ਕਿੱਥੇ ਹੈ ਤੂੰ? ਜਲਦੀ ਬਾਹਰ ਆ ਜਾ, ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਅਤੇ ਮੇਰੇ ਪੈਰਾਂ ਦੇ ਵਿੱਚ ਤਾਂ ਜਿਵੇਂ ਜਾਨ ਹੀ ਨਹੀਂ ਸੀ। ਮੈਂ ਕਿਵੇਂ ਬਾਹਰ ਜਾਂਦੀ, ਕਿਉਂਕਿ ਉਹ ਮੈਨੂੰ ਮੌਤ ਦੀ ਖਬਰ ਸੁਣਾ ਰਹੀ ਸੀ। ਉਹ ਗੱਲ ਮੇਰੀ ਮਾਂ ਨੂੰ ਖੁਸ਼ਖਬਰੀ ਲੱਗ ਰਹੀ ਸੀ। ਜਦੋਂ ਮੈਂ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਮੇਰੀ ਮਾਂ ਖੁਦ ਕਮਰੇ ਦੇ ਵਿੱਚ ਆ ਗਈ। ਮੈਨੂੰ ਜ਼ਮੀਨ ਤੇ ਬੈਠਾ ਦੇਖ ਕੇ ਉਹ ਘਬਰਾ ਗਈ, ਬੋਲੀ, ਗੌਰੀ ਕੀ ਹੋਇਆ? ਉਹ ਮੈਨੂੰ ਹੌਸਲਾ ਦੇਣਾ ਚਾਹੁੰਦੀ ਸੀ, ਪਰ ਮੈਂ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਧੱਕ ਦਿੱਤਾ। ਮੈਂ ਉਹਨਾਂ ਨੂੰ ਰੋਂਦੇ ਹੋਏ ਕਿਹਾ ਕਿ ਤੁਸੀਂ ਮੇਰੀ ਸਕੀ ਮਾਂ ਹੋ ਹੀ ਨਹੀਂ ਸਕਦੇ। ਕੋਈ ਵੀ ਸਕੀ ਮਾਂ ਆਪਣੀ ਬੇਟੀ ਦੇ ਨਾਲ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਕਰ ਸਕਦੀ। ਤੁਸੀਂ ਸਾਰਾ ਕੁਝ ਜਾਣਦੇ ਬੁੱਝਦੇ ਮੇਰੀ ਕਿਸਮਤ ਅੰਕੁਰ ਪ੍ਰਤਾਪ ਦੇ ਨਾਲ ਬੰਨ੍ਹ ਦਿੱਤੀ। ਮੇਰੀਆਂ ਅੱਖਾਂ ਦੇ ਵਿੱਚੋਂ ਫਿਰ ਤੋਂ ਹੰਝੂ ਵਹਿਣ ਲੱਗੇ। ਮੇਰੀ ਮਾਂ ਕਹਿਣ ਲੱਗੀ, ਗੌਰੀ ਤੂੰ ਬੇਕਾਰ ਦੇ ਵਿੱਚ ਪਰੇਸ਼ਾਨ ਹੋ ਰਹੀ ਹੈ। ਛੋਟੇ ਮਾਲਕ ਬਹੁਤ ਚੰਗੇ ਹਨ, ਤੁਹਾਨੂੰ ਰਾਣੀ ਬਣਾ ਕੇ ਰੱਖਣਗੇ। ਮੈਂ ਤੜਫਦੇ ਹੋਏ ਕਿਹਾ ਕਿ ਜਿਵੇਂ ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਰਾਣੀ ਬਣਾ ਕੇ ਰੱਖਿਆ ਹੈ ਉਵੇਂ ਹੀ ਮੈਨੂੰ ਵੀ ਰੱਖਣਗੇ, ਹੈ ਨਾ ਮਾਂ? ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਨਜ਼ਰਾਂ ਝੁਕਾ ਲਈਆਂ। ਮੇਰੇ ਬੁੱਲਾਂ ਤੇ ਆਈ ਸ਼ਿਕਾਇਤ ਦਮ ਤੋੜ ਗਈ। ਮੈਂ ਆਪਣੇ ਗੋਡਿਆਂ ਦੇ ਵਿੱਚ ਸਿਰ ਲੁਕੋ ਲਿਆ। ਮਾਂ ਨੇ ਮੇਰੇ ਮੋਢਿਆਂ ਤੇ ਹੱਥ ਰੱਖਦੇ ਹੋਏ ਕਿਹਾ, ਗੌਰੀ ਉਹ ਔਰਤ ਉਹਨਾਂ ਨੂੰ ਬੱਚਾ ਨਹੀਂ ਦੇ ਸਕਦੀ, ਇਸ ਕਰਕੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਤੂੰ ਉਹਨਾਂ ਨੂੰ ਬੱਚਾ ਦੇਵੇਗੀ ਅਤੇ ਉਹਨਾਂ ਦੇ ਘਰ ਅਤੇ ਦਿਲ ਦੇ ਵਿੱਚ ਰਾਜ ਕਰੇਗੀ। ਤਾਂ ਮੈਂ ਟੁੱਟੇ ਹੋਏ ਦਿਲ ਦੇ ਨਾਲ ਕਿਹਾ ਕਿ ਬਸ ਮੇਰੀ ਇੰਨੀ ਹੀ ਹੈਸੀਅਤ ਹੈ ਕਿ ਮੈਂ ਸਿਰਫ ਉਹਨਾਂ ਦੀ ਔਲਾਦ ਪੈਦਾ ਕਰਨ ਵਾਲੀ ਹਾਂ। ਇਸ ਤੋਂ ਇਲਾਵਾ ਮੈਂ ਉਹਨਾਂ ਦੀ ਨਿਗਾਹ ਦੇ ਵਿੱਚ ਕੀ ਹਾਂ? ਸਿਰਫ ਇੱਕ ਨੌਕਰਾਣੀ ਹੀ। ਮੇਰਾ ਦਿਲ, ਮੇਰੀਆਂ ਭਾਵਨਾਵਾਂ ਕੋਈ ਮਾਇਨੇ ਨਹੀਂ ਰੱਖਦੀਆਂ। ਮੈਂ ਵੀ ਚਾਹੁੰਦੀ ਹਾਂ ਕਿ ਕੋਈ ਮੈਨੂੰ ਆਪਣੇ ਦਿਲ ਤੋਂ ਚਾਹੇ, ਮੇਰੀ ਇੱਜ਼ਤ ਕਰੇ, ਨਾ ਕਿ ਸਿਰਫ ਆਪਣੀ ਜ਼ਰੂਰਤ ਦੇ ਲਈ ਮੈਨੂੰ ਵਰਤੇ। ਮਾਂ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ, ਗੌਰੀ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਤੂੰ? ਜਾਣਦੀ ਹੈ ਨਾ ਕਿ ਅਸੀਂ ਮਾਲਕ ਦੇ ਰਹਿਮ ਤੇ ਹੀ ਜੀ ਰਹੇ ਹਾਂ। ਜੇਕਰ ਮਾਲਕ ਨੇ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਅਸੀਂ ਕੀ ਕਰਾਂਗੇ? ਮੈਂ ਤੁਹਾਡੇ ਛੋਟੇ ਭੈਣ ਭਰਾਵਾਂ ਨੂੰ ਅਤੇ ਤੁਹਾਨੂੰ ਕਿੱਥੋਂ ਖਵਾਵਾਂਗੀ? ਤੁਹਾਡੇ ਬਿਮਾਰ ਪਿਓ ਦੇ ਵਿੱਚ ਇੰਨੀ ਤਾਕਤ ਨਹੀਂ ਬਚੀ ਕਿ ਉਹ ਸਾਡੇ ਖਰਚੇ ਚੱਕ ਸਕਣ। ਅਤੇ ਇਹ ਪਿਆਰ ਮੁਹੱਬਤ ਦੀਆਂ ਗੱਲਾਂ ਇਹ ਸਿਰਫ ਕਿੱਸੇ ਅਤੇ ਕਹਾਣੀਆਂ ਦੇ ਵਿੱਚ ਚੰਗੀਆਂ ਲੱਗਦੀਆਂ ਹਨ। ਅਸਲ ਜ਼ਿੰਦਗੀ ਦੇ ਵਿੱਚ ਜਦੋਂ ਢਿੱਡ ਨੂੰ ਭੁੱਖ ਲੱਗਦੀ ਹੈ ਤਾਂ ਇਹ ਸਭ ਕੁਝ ਭੁੱਲ ਜਾਂਦਾ ਹੈ। ਰੋਟੀ ਕਮਾਉਣੀ ਹੀ ਅਸਲੀ ਜ਼ਰੂਰਤ ਹੈ। ਗੌਰੀ ਤੂੰ ਐਵੇਂ ਹੀ ਪਰੇਸ਼ਾਨ ਹੋ ਰਹੀ ਹੈ। ਪਿਆਰ ਕੋਈ ਜ਼ਰੂਰੀ ਨਹੀਂ ਹੁੰਦਾ, ਇਹ ਸਭ ਖਿਆਲੀ ਗੱਲਾਂ ਹਨ। ਛੋਟੇ ਮਾਲਕ ਅੰਕੁਰ ਪ੍ਰਤਾਪ ਦੇ ਨਾਲ ਤੂੰ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰੇਗੀ। ਤੁਹਾਨੂੰ ਉੱਥੇ ਚੰਗਾ ਖਾਣ ਦੇ ਲਈ ਮਿਲੇਗਾ, ਚੰਗਾ ਪਹਿਨਣ ਦੇ ਲਈ ਮਿਲੇਗਾ। ਜਿਸ ਤਰ੍ਹਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਹੰਝੂਆਂ ਦੇ ਵਿੱਚ ਅਤੇ ਤਰਸ ਕੇ ਗੁਜ਼ਾਰੀ ਹੈ, ਉੱਥੇ ਤੂੰ ਰਾਣੀਆਂ ਦੀ ਤਰ੍ਹਾਂ ਰਹੇਗੀ। ਅਤੇ ਪਿਆਰ ਦੀ ਚਿੰਤਾ ਤੂੰ ਨਾ ਕਰ। ਵਿਆਹ ਤੋਂ ਬਾਅਦ ਇੱਕ ਪਤੀ ਪਤਨੀ ਦੇ ਵਿੱਚ ਅਜਿਹਾ ਰਿਸ਼ਤਾ ਬਣਦਾ ਹੈ ਕਿ ਪਿਆਰ ਆਪਣੇ ਆਪ ਪੈਦਾ ਹੋ ਜਾਂਦਾ ਹੈ। ਹੁਣ ਇਹ ਰੋਣਾ ਧੋਣਾ ਬੰਦ ਕਰੋ ਅਤੇ ਆਪਣੇ ਆਪ ਨੂੰ ਵਿਆਹ ਦੇ ਲਈ ਤਿਆਰ ਕਰ ਲਓ। 2 ਦਿਨਾਂ ਬਾਅਦ ਛੋਟੇ ਮਾਲਕ ਆਉਣਗੇ, ਸਾਰਾ ਇੰਤਜ਼ਾਮ ਕਰਨਗੇ ਅਤੇ ਤੁਹਾਨੂੰ ਆਪਣੀ ਪਤਨੀ ਬਣਾ ਕੇ ਲੈ ਜਾਣਗੇ। ਮੇਰੇ ਸਿਰ ਤੋਂ ਤਾਂ ਇੱਕ ਵੱਡਾ ਬੋਝ ਉਤਰ ਜਾਵੇਗਾ। ਤੁਸੀਂ ਨਹੀਂ ਜਾਣਦੇ ਕਿ ਮੈਂ ਤੁਹਾਡੀ ਚਿੰਤਾ ਦੇ ਵਿੱਚ ਦਿਨ ਰਾਤ ਮਰਦੀ ਰਹਿੰਦੀ ਹਾਂ। ਇੰਨਾ ਕਹਿ ਕੇ ਮਾਂ ਕਮਰੇ ਦੇ ਵਿੱਚੋਂ ਬਾਹਰ ਚਲੀ ਗਈ ਅਤੇ ਮੈਂ ਚੁੱਪਚਾਪ ਹੰਝੂ ਬਹਾਉਂਦੀ ਰਹੀ। ਮੇਰੀਆਂ ਅੱਖਾਂ ਦੇ ਸਾਹਮਣੇ ਅੰਕੁਰ ਪ੍ਰਤਾਪ ਦੇ ਚਿਹਰੇ ਘੁੰਮਣ ਲੱਗੇ। ਉਸ ਦਾ ਗੋਰਾ ਚਿੱਟਾ ਰੰਗ, ਕੁੰਡੀਆਂ ਮੁੱਛਾਂ ਉਸ ਨੂੰ ਹੋਰ ਵੀ ਰੋਹਬਦਾਰ ਬਣਾਉਂਦੀਆਂ ਸਨ। ਉੱਚਾ ਲੰਮਾ ਕੱਦ ਅਤੇ ਗੁੱਸੇ ਨਾਲ ਲਾਲ ਚਿਹਰਾ ਮੇਰੀ ਹੋਰ ਵੀ ਜਾਨ ਕੱਢਦਾ ਸੀ। ਉਸ ਦੇ ਸਾਹਮਣੇ ਜਾਣ ਤੋਂ ਹੀ ਮੈਨੂੰ ਡਰ ਲੱਗਦਾ ਸੀ, ਤਾਂ ਮੈਂ ਉਸਦੀ ਜ਼ਿੰਦਗੀ ਦੇ ਵਿੱਚ ਭਲਾ ਜਾਣ ਬੁੱਝ ਕੇ ਕਿਵੇਂ ਸ਼ਾਮਿਲ ਹੋ ਸਕਦੀ ਸੀ? ਮੈਂ ਚੁੱਪਚਾਪ ਆਪਣੇ ਬਿਸਤਰੇ ਤੇ ਜਾ ਕੇ ਲੇਟ ਗਈ। ਮੇਰਾ ਦਿਮਾਗ ਅਜੇ ਵੀ ਸਿਰਫ ਹਵੇਲੀ ਅਤੇ ਅੰਕੁਰ ਪ੍ਰਤਾਪ ਦੇ ਵਿੱਚ ਹੀ ਉਲਝਿਆ ਹੋਇਆ ਸੀ। ਪਾਪਾ ਬਿਮਾਰ ਰਹਿੰਦੇ ਸਨ ਅਤੇ ਕੋਈ ਕੰਮ ਧੰਦਾ ਨਹੀਂ ਕਰਦੇ ਸਨ। ਮੇਰੀ ਮਾਂ ਹਵੇਲੀ ਦੇ ਵਿੱਚ ਜਾ ਕੇ ਉਹਨਾਂ ਦੇ ਕੰਮ ਕਰਦੀ ਅਤੇ ਘਰ ਦਾ ਖਰਚਾ ਚਲਾਉਂਦੀ ਸੀ। ਮੇਰੇ ਤੋਂ ਛੋਟੀਆਂ 2 ਭੈਣਾਂ ਅਤੇ ਇੱਕ ਭਰਾ ਸੀ। ਮੈਂ ਘਰ ਦੀ ਸਭ ਤੋਂ ਵੱਡੀ ਸੀ, ਇਸ ਕਰਕੇ ਹਮੇਸ਼ਾ ਮਾਂ ਦੇ ਨਾਲ ਹਵੇਲੀ ਚਲੀ ਜਾਂਦੀ ਸੀ। ਮਾਂ ਵੀ ਕੰਮ ਕਰਦੀ ਕਰਦੀ ਥੱਕ ਜਾਂਦੀ ਸੀ ਅਤੇ ਮੈਂ ਉਹਨਾਂ
ਉਹਨਾਂ ਦੀ ਮਦਦ ਕਰਾਉਣ ਦੇ ਲਈ ਉਹਨਾਂ ਦੇ ਨਾਲ ਹਵੇਲੀ ਪਹੁੰਚ ਜਾਂਦੀ ਸੀ। ਸਵੇਰ ਤੋਂ ਦੁਪਹਿਰ ਤੱਕ ਸਕੂਲ ਅਤੇ ਦੁਪਹਿਰ ਤੋਂ ਸ਼ਾਮ ਤੱਕ ਹਵੇਲੀ ਦੇ ਵਿੱਚ ਸਾਰੇ ਲੋਕ ਬਹੁਤ ਚੰਗੇ ਸਨ, ਛੋਟੇ ਮਾਲਕ ਅੰਕੁਰ ਪ੍ਰਤਾਪ ਤੋਂ ਬਿਨਾਂ। ਅੰਕੁਰ ਪ੍ਰਤਾਪ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਅਤੇ ਲਾਡਲੇ ਬੇਟੇ ਸਨ। ਉਹਨਾਂ ਦੇ ਇੱਕ ਵੱਡੇ ਭਰਾ ਵੀ ਸਨ। ਹਵੇਲੀ ਦੇ ਵਿੱਚ ਸਭ ਤੋਂ ਵੱਡੀ ਮਾਲਕਣ ਉਹਨਾਂ ਦੀ ਦਾਦੀ ਵੀ ਰਹਿੰਦੀ ਸੀ। ਉਹ ਆਪਣੇ ਪੋਤੇ ਅੰਕੁਰ ਦੇ ਨਾਲ ਬਹੁਤ ਪਿਆਰ ਕਰਦੀ ਸੀ। ਅੰਕੁਰ ਦੇ ਵਿਆਹ ਨੂੰ ਲਗਭਗ 3 ਸਾਲ ਹੋ ਗਏ ਸਨ, ਪਰ ਉਹਨਾਂ ਦੇ ਕੋਈ ਬੱਚਾ ਨਹੀਂ ਹੋ ਰਿਹਾ ਸੀ। ਜਦੋਂ ਡਾਕਟਰਾਂ ਤੋਂ ਇਲਾਜ ਕਰਵਾਇਆ ਤਾਂ ਪਤਾ ਲੱਗਿਆ ਕਿ ਅੰਕੁਰ ਦੀ ਪਤਨੀ ਬੇਸ਼ੈਲੀ ਕਦੇ ਵੀ ਮਾਂ ਨਹੀਂ ਬਣ ਸਕਦੀ। ਅੰਕੁਰ ਨੇ ਦਿਲ ਤੋਂ ਇਸ ਗੱਲ ਨੂੰ ਮੰਨ ਲਿਆ ਸੀ ਕਿ ਕਦੇ ਵੀ ਉਹ ਪਿਓ ਬਣਨ ਦੀ ਖੁਸ਼ੀ ਨਹੀਂ ਪਾ ਸਕੇਗਾ ਅਤੇ ਇਹ ਸੱਚਾਈ ਦੇ ਨਾਲ ਉਸਨੇ ਸਮਝੌਤਾ ਵੀ ਕਰ ਲਿਆ ਸੀ। ਪਰ ਬੇਸ਼ੈਲੀ ਬਹੁਤ ਹੀ ਤੇਜ਼ ਅਤੇ ਜਿੱਦੀ ਔਰਤ ਸੀ। ਉਹ ਸਾਰਾ ਇਲਜ਼ਾਮ ਅੰਕੁਰ ਤੇ ਲਗਾਉਂਦੀ ਕਿ ਬੱਚਾ ਨਾ ਹੋਣ ਦੀ ਵਜ੍ਹਾ ਉਹੀ ਹੈ, ਕਮੀ ਉਸ ਦੇ ਅੰਦਰ ਹੈ ਨਾ ਕਿ ਬੇਸ਼ੈਲੀ ਦੇ ਅੰਦਰ। ਉਹ ਡਾਕਟਰ ਦੀ ਰਿਪੋਰਟ ਨੂੰ ਵੀ ਗਲਤ ਠਹਿਰਾਉਂਦੀ ਸੀ। ਹਰ ਰੋਜ਼ ਉਹਨਾਂ ਦੇ ਵਿਚਕਾਰ ਝਗੜੇ ਹੁੰਦੇ ਰਹਿੰਦੇ। ਉਧਰ ਅੰਕੁਰ ਦੀ ਦਾਦੀ ਆਪਣੇ ਆਖਰੀ ਸਾਹ ਗਿਣ ਰਹੀ ਸੀ। ਉਹਨਾਂ ਨੇ ਇੱਕ ਦਿਨ ਅੰਕੁਰ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਅੰਕੁਰ, ਮੇਰੀ ਆਖਰੀ ਇੱਛਾ ਪੂਰੀ ਕਰ ਦੇ। ਅੰਕੁਰ, ਮੈਂ ਤੁਹਾਡੇ ਬੱਚੇ ਦਾ ਮੂੰਹ ਦੇਖ ਕੇ ਮਰਨਾ ਚਾਹੁੰਦੀ ਹਾਂ। ਇਹ ਔਰਤ ਤੁਹਾਨੂੰ ਕਦੇ ਬੱਚਾ ਨਹੀਂ ਦੇ ਸਕੇਗੀ। ਤੂੰ ਦੂਜਾ ਵਿਆਹ ਕਰ ਲੈ। ਅੰਕੁਰ ਆਪਣੀ ਦਾਦੀ ਦੇ ਨਾਲ ਬਹੁਤ ਪਿਆਰ ਕਰਦਾ ਸੀ, ਇਸ ਕਰਕੇ ਉਹਨਾਂ ਨੇ ਦਾਦੀ ਜੀ ਦੀ ਆਖਰੀ ਇੱਛਾ ਦਾ ਮਾਣ ਰੱਖਦੇ ਹੋਏ ਦੂਜਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਹ ਸਾਰੀਆਂ ਗੱਲਾਂ ਮੈਨੂੰ ਮੰਮੀ ਤੋਂ ਹੀ ਪਤਾ ਲੱਗਦੀਆਂ ਸਨ, ਪਰ ਮੈਨੂੰ ਨਹੀਂ ਪਤਾ ਸੀ ਕਿ ਅੰਕੁਰ ਦੂਜਾ ਵਿਆਹ ਮੇਰੇ ਨਾਲ ਕਰਨ ਦੀ ਇੱਛਾ ਰੱਖੇਗਾ। ਇਹ ਮੇਰੇ ਲਈ ਖੁਸ਼ੀ ਦੀ ਗੱਲ ਹੁੰਦੀ ਕਿ ਜੇਕਰ ਅੰਕੁਰ ਵਿਆਹਿਆ ਹੋਇਆ ਨਾ ਹੁੰਦਾ ਅਤੇ ਮੈਂ ਉਸਦਾ ਉਹ ਖਤਰਨਾਕ ਵਿਵਹਾਰ ਨਾ ਦੇਖਿਆ ਹੁੰਦਾ। ਅੰਕੁਰ ਬਹੁਤ ਗੁੱਸੇ ਵਾਲਾ ਇਨਸਾਨ ਸੀ। ਉਸ ਦੀਆਂ ਅੱਖਾਂ ਹਰ ਸਮੇਂ ਗੁੱਸੇ ਦੇ ਨਾਲ ਲਾਲ ਰਹਿੰਦੀਆਂ ਸਨ। ਇੱਕ ਵਾਰ ਮੈਂ ਖੁਦ ਉਸਦੀ ਇੱਕ ਖਤਰਨਾਕ ਹਰਕਤ ਆਪਣੀ ਅੱਖਾਂ ਦੇ ਨਾਲ ਦੇਖੀ ਸੀ। ਮੰਮੀ ਨੇ ਮੈਨੂੰ ਦੁੱਧ ਦਾ ਗਲਾਸ ਲੈ ਕੇ ਛੋਟੇ ਮਾਲਕ ਅੰਕੁਰ ਦੇ ਕਮਰੇ ਦੇ ਵਿੱਚ ਭੇਜਿਆ ਸੀ। ਮੈਂ ਮਨਾ ਕਰ ਰਹੀ ਸੀ, ਪਰ ਮੰਮੀ ਨੇ ਜਿੱਦ ਕੀਤੀ ਤਾਂ ਮੈਨੂੰ ਜਾਣਾ ਪਿਆ। ਦਰਵਾਜ਼ਾ ਥੋੜਾ ਜਿਹਾ ਖੁੱਲਾ ਹੋਇਆ ਸੀ। ਮੈਂ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਮੈਂ ਹੌਲੀ ਜਿਹੀ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ। ਕਮਰੇ ਦੇ ਅੰਦਰ ਇੱਕ ਹੋਰ ਦਰਵਾਜ਼ਾ ਸੀ ਜੋ ਡਰੈਸਿੰਗ ਰੂਮ ਦਾ ਸੀ। ਉੱਥੋਂ ਮੈਨੂੰ ਅੰਕੁਰ ਦੀ ਪਤਨੀ ਵਿਸ਼ੈਲੀ ਦੀ ਆਵਾਜ਼ ਸੁਣਾਈ ਦਿੱਤੀ। ਉਹ ਕਹਿ ਰਹੀ ਸੀ ਕਿ ਅੰਕੁਰ, ਕੀ ਕਰ ਰਹੇ ਹੋ? ਛੱਡੋ, ਮੈਨੂੰ ਦਰਦ ਹੋ ਰਿਹਾ ਹੈ। ਮੇਰਾ ਦਿਲ ਡਰ ਦੇ ਨਾਲ ਬੈਠ ਗਿਆ ਸੀ। ਮੈਂ ਉੱਥੋਂ ਭੱਜਣਾ ਚਾਹੁੰਦੀ ਸੀ, ਪਰ ਪਤਾ ਨਹੀਂ ਕਿਉਂ ਮੇਰੇ ਕਦਮ ਉੱਥੇ ਹੀ ਰੁਕ ਗਏ। ਮੈਂ ਜਾਣਨਾ ਚਾਹੁੰਦੀ ਸੀ ਕਿ ਅੰਦਰ ਕੀ ਹੋ ਰਿਹਾ ਹੈ। ਮੈਂ ਥੋੜਾ ਜਿਹਾ ਪਰਦਾ ਹਟਾ ਕੇ ਦੇਖਿਆ ਤਾਂ ਮੇਰੀ ਜਾਨ ਸੁੱਕ ਗਈ। ਛੋਟੇ ਮਾਲਕ ਅੰਕੁਰ ਨੇ ਆਪਣੀ ਪਤਨੀ ਵਿਸ਼ੈਲੀ ਨੂੰ ਆਪਣੀਆਂ ਬਾਹਾਂ ਦੇ ਵਿੱਚ ਕੱਸ ਕੇ ਫੜਿਆ ਹੋਇਆ ਸੀ। ਇੱਕ ਹੱਥ ਦੇ ਨਾਲ ਉਹਨਾਂ ਨੇ ਉਸ ਦੀ ਕਮਰ ਨੂੰ ਜਕੜਿਆ ਹੋਇਆ ਸੀ ਅਤੇ ਦੂਜੇ ਹੱਥ ਦੇ ਨਾਲ ਉਸ ਨੂੰ ਫੜ ਰੱਖਿਆ ਸੀ। ਵਿਸ਼ੈਲੀ ਦੋਨਾਂ ਹੱਥਾਂ ਦੇ ਨਾਲ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਕੁਰ ਦੀਆਂ ਅੱਖਾਂ ਗੁੱਸੇ ਦੇ ਨਾਲ ਲਾਲ ਸਨ। ਉਸਨੇ ਹੋਰ ਵੀ ਜ਼ੋਰ ਦੇ ਨਾਲ ਵਿਸ਼ੈਲੀ ਨੂੰ ਕੱਸ ਕੇ ਫੜ ਲਿਆ ਸੀ ਅਤੇ ਗੁੱਸੇ ਦੇ ਨਾਲ ਬੋਲਿਆ ਕਿ ਮੇਰੀ ਮਰਦਾਨਗੀ ਤੇ ਉਂਗਲੀ ਚੱਕੀ। ਅੱਜ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੇਰੀ ਮਰਦਾਨਗੀ ਕੀ ਹੈ। ਅੱਜ ਤੋਂ ਬਾਅਦ ਮੇਰੀ ਮਰਦਾਨਗੀ ਤੇ ਉਂਗਲੀ ਨਹੀਂ ਚੱਕੇਗੀ। ਇਹ ਕਹਿ ਕੇ ਉਸਨੇ ਵਿਸ਼ੈਲੀ ਨੂੰ ਦੂਰ ਧੱਕ ਦਿੱਤਾ ਅਤੇ ਆਪਣੀ ਸ਼ਰਟ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ। ਇਸ ਤੋਂ ਅੱਗੇ ਮੈਂ ਕੁਝ ਦੇਖ ਹੀ ਨਹੀਂ ਸਕੀ ਸੀ। ਮੈਂ ਜਲਦੀ ਨਾਲ ਆਪਣੇ ਕਮਰੇ ਤੋਂ ਬਾਹਰ ਭੱਜੀ, ਪਰ ਜਾਂਦੀ ਜਾਂਦੀ ਮੈਨੂੰ ਵਿਸ਼ੈਲੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਅਗਲੇ 2 ਦਿਨਾਂ ਤੱਕ ਵਿਸ਼ੈਲੀ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਜਦੋਂ ਮੈਂ ਦੂਜੇ ਦਿਨ ਦੁੱਧ ਦੇਣ ਦੇ ਲਈ ਗਈ ਤਾਂ ਮੈਂ ਦੇਖਿਆ ਕਿ ਵਿਸ਼ੈਲੀ ਦੀਆਂ ਅੱਖਾਂ ਅਤੇ ਮੂੰਹ ਤੇ ਅੰਕੁਰ ਦੇ ਗੁੱਸੇ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਉਸ ਸਭ ਨੂੰ ਯਾਦ ਕਰਦੇ ਹੀ ਮੇਰੀ ਆਤਮਾ ਕੰਬ ਗਈ ਸੀ। ਮੈਂ ਕਿਵੇਂ ਇਸ ਤਰ੍ਹਾਂ ਦੇ ਆਦਮੀ ਦੇ ਨਾਲ ਜ਼ਿੰਦਗੀ ਗੁਜ਼ਾਰ ਸਕਦੀ ਸੀ? ਵਿਸ਼ੈਲੀ ਤਾਂ ਫਿਰ ਵੀ ਉਸ ਦੇ ਬਰਾਬਰ ਸੀ ਅਤੇ ਮੈਂ ਤਾਂ ਉਹਨਾਂ ਦੀ ਨੌਕਰਾਣੀ ਦੀ ਬੇਟੀ ਸੀ। ਮੇਰੀ ਉੱਥੇ ਕੀ ਹੈਸੀਅਤ ਸੀ ਅੰਕੁਰ ਦੇ ਸਾਹਮਣੇ? ਉਹ ਮੈਨੂੰ ਕੀੜੀ ਦੀ ਤਰ੍ਹਾਂ ਮਸਲ ਕੇ ਰੱਖ ਦਿੰਦਾ। ਮੈਂ ਇੱਕ ਨਾਜ਼ੁਕ ਅਤੇ ਕਮਜ਼ੋਰ ਜਿਹੀ ਲੜਕੀ ਅਤੇ ਉਹ ਇੱਕ ਉੱਚਾ ਲੰਬਾ ਨੌਜਵਾਨ। ਉਸਦੇ ਸਾਹਮਣੇ ਮੈਂ ਕਿੰਨਾ ਸਮਾਂ ਟਿਕ ਸਕਦੀ ਸੀ? ਮੇਰੀ ਉਮਰ ਅਜੇ ਸਿਰਫ 18 ਸਾਲ ਸੀ, ਪਰ ਮੇਰੀ ਮਾਂ ਨੂੰ ਲੱਗਦਾ ਸੀ ਕਿ ਜਿਵੇਂ ਮੇਰੀ ਵਿਆਹ ਦੀ ਉਮਰ ਨਿਕਲੀ ਜਾ ਰਹੀ ਹੈ। ਮੇਰੇ ਲਈ ਰਿਸ਼ਤੇ ਤਾਂ ਆ ਰਹੇ ਸਨ, ਪਰ ਸਾਡੇ ਵਰਗੇ ਗਰੀਬ ਘਰਾਂ ਦੇ ਵਿੱਚੋਂ ਆਉਂਦੇ ਸਨ। ਜੇਕਰ ਅੰਕੁਰ ਪ੍ਰਤਾਪ ਦਾ ਰਿਸ਼ਤਾ ਮੇਰੇ ਲਈ ਨਾ ਆਇਆ ਹੁੰਦਾ ਤਾਂ ਮੇਰੀ ਮਾਂ ਖੁਸ਼ੀ-ਖੁਸ਼ੀ ਕਿਸੇ ਗਰੀਬ ਘਰ ਦੇ ਵਿੱਚ ਮੇਰਾ ਵਿਆਹ ਕਰ ਦਿੰਦੀ। ਮੈਨੂੰ ਇਸ ਸਭ ਦੇ ਵਿੱਚ ਕੋਈ ਇਤਰਾਜ਼ ਨਹੀਂ ਸੀ। ਘੱਟੋ ਘੱਟ ਉਹ ਲੋਕ ਮੇਰੇ ਜਜ਼ਬਾਤਾਂ ਨੂੰ ਸਮਝਦੇ। ਉਹ ਮੈਨੂੰ ਸਿਰਫ ਆਪਣੇ ਮਤਲਬ ਦੇ ਲਈ ਵਿਆਹ ਕਰਕੇ ਨਹੀਂ ਲੈ ਕੇ ਜਾਂਦੇ। ਮੇਰਾ ਇੱਜ਼ਤ ਮਾਣ ਕਰਦੇ, ਮੇਰੇ ਨਾਲ ਪਿਆਰ ਕਰਦੇ। ਪਰ ਅੰਕੁਰ, ਉਹ ਸਿਰਫ ਮੈਨੂੰ ਆਪਣੇ ਜਨੂੰਨ ਦਾ ਸ਼ਿਕਾਰ ਬਣਾਉਂਦਾ ਅਤੇ ਫਿਰ ਮੇਰੇ ਤੋਂ ਬੱਚਾ ਪੈਦਾ ਕਰਵਾ ਕੇ ਮੈਨੂੰ ਕਚਰੇ ਦੀ ਤਰ੍ਹਾਂ ਸੁੱਟ ਦਿੰਦਾ। ਇਹੀ ਸੋਚ ਕੇ ਮੇਰਾ ਦਿਲ ਫਟਣ ਵਾਲਾ ਹੋ ਗਿਆ ਸੀ। ਮੈਂ ਪੂਰੀ ਰਾਤ ਸੌਂ ਨਹੀਂ ਸਕੀ। ਮੇਰੀਆਂ ਅੱਖਾਂ ਰੋਂਦੇ ਰੋਂਦੇ ਲਾਲ ਹੋ ਗਈਆਂ ਸਨ। ਅੰਕੁਰ ਨੂੰ 2 ਦਿਨਾਂ ਦਾ ਵੀ ਸਬਰ ਨਹੀਂ ਸੀ। ਉਹ ਅਗਲੇ ਹੀ ਦਿਨ ਵਿਆਹ ਦਾ ਸਾਰਾ ਇੰਤਜ਼ਾਮ ਕਰਕੇ ਮੇਰੇ ਘਰ ਦੇ ਵਿੱਚ ਆ ਵੜਿਆ। ਮੈਂ ਆਪਣੀ ਮਾਂ ਦੇ ਅੱਗੇ ਲੱਖ ਮਿੰਨਤਾਂ ਕੀਤੀਆਂ, ਪਰ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ। ਉਹਨਾਂ ਨੇ ਮੈਨੂੰ ਪੰਡਤ ਜੀ ਦੇ ਸਾਹਮਣੇ ਬਿਠਾ ਦਿੱਤਾ। ਮੈਂ ਰੋਂਦੇ ਹੋਏ ਆਪਣੀਆਂ ਅੱਖਾਂ ਚੱਕ ਕੇ ਅੰਕੁਰ
ਅੰਕੁਰ ਦੇ ਵੱਲ ਦੇਖਿਆ ਸੀ। ਉਸ ਦੇ ਚਿਹਰੇ ਤੇ ਕੋਈ ਭਾਵ ਨਹੀਂ ਸਨ, ਸਿਰਫ ਉਹੀ ਇੱਕ ਭਾਵ ਜੋ ਉਸ ਦੇ ਚਿਹਰੇ ਤੇ ਹਰ ਸਮੇਂ ਰਹਿੰਦਾ ਸੀ। ਇੱਕ ਪਲ ਦੇ ਲਈ ਸਾਡੀਆਂ ਨਜ਼ਰਾਂ ਟਕਰਾਈਆਂ ਸਨ ਅਤੇ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਉਸ ਦੀਆਂ ਨਜ਼ਰਾਂ ਦੇ ਵਿੱਚ ਪਤਾ ਨਹੀਂ ਕੀ ਸੀ ਕਿ ਮੈਂ ਨਜ਼ਰਾਂ ਝੁਕਾਉਣ ਦੇ ਲਈ ਮਜਬੂਰ ਹੋ ਗਈ ਸੀ। ਪੰਡਤ ਜੀ ਜਿਵੇਂ ਜਿਵੇਂ ਵਿਆਹ ਦੇ ਮੰਤਰ ਪੜ੍ਹ ਰਹੇ ਸਨ, ਮੇਰੇ ਸਾਹ ਸੁੱਕ ਰਹੇ ਸਨ ਅਤੇ ਜਦੋਂ ਅੰਕਰ ਨੇ ਮੇਰੇ ਸੰਧੂਰ ਭਰਿਆ ਤਾਂ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਕੇ ਮੇਰੀ ਗੋਦੀ ਦੇ ਵਿੱਚ ਡਿੱਗਣ ਲੱਗੇ। ਫਿਰ ਉਸਨੇ ਜਦੋਂ ਮੇਰੇ ਗਲ ਦੇ ਵਿੱਚ ਮੰਗਲ ਸੂਤਰ ਪਾਇਆ ਤਾਂ ਉਸ ਦੇ ਹੱਥਾਂ ਦੀ ਛੋਹ ਦੇ ਨਾਲ ਮੇਰਾ ਪੂਰਾ ਸਰੀਰ ਕੰਬ ਗਿਆ। ਮੈਂ ਆਪਣੀਆਂ ਅੱਖਾਂ ਕੱਸ ਕੇ ਬੰਦ ਕਰ ਲਈਆਂ ਸਨ। ਜਦੋਂ ਅੰਕਰ ਮੈਨੂੰ ਵਿਦਾ ਕਰਕੇ ਹਵੇਲੀ ਲੈ ਕੇ ਆਇਆ ਤਾਂ ਉੱਥੇ ਵੀ ਇੱਕ ਕਿਆਮਤ ਮੇਰਾ ਇੰਤਜ਼ਾਰ ਕਰ ਰਹੀ ਸੀ। ਹਵੇਲੀ ਦੇ ਵਿੱਚ ਕਦਮ ਰੱਖਦੇ ਹੀ ਵਿਸ਼ੈਲੀ ਮੇਰੇ ਉੱਪਰ ਝਪਟੀ ਸੀ। ਉਸਨੇ ਮੇਰੇ ਬਾਲਾਂ ਨੂੰ ਕੱਸ ਕੇ ਫੜ ਲਿਆ ਅਤੇ ਜ਼ੋਰ ਦੇ ਨਾਲ ਝਟਕਾ ਦਿੰਦੇ ਹੋਏ ਗੁੱਸੇ ਦੇ ਨਾਲ ਚੀਕੀ, ਡਾਇਨ, ਜਿਸ ਘਰ ਦੇ ਨਾਲ ਤੇਰਾ ਅਤੇ ਤੇਰੇ ਪਰਿਵਾਰ ਦਾ ਢਿੱਡ ਭਰਦਾ ਸੀ, ਤੂੰ ਉਸੇ ਘਰ ਤੇ ਨਿਗਾਹ ਰੱਖ ਲਈ। ਤੂੰ ਮੇਰਾ ਪਤੀ ਮੇਰੇ ਤੋਂ ਖੋਹ ਲਿਆ। ਮੈਂ ਤੈਨੂੰ ਨਹੀਂ ਛੱਡਾਂਗੀ। ਮੈਂ ਤੈਨੂੰ ਅਜੀ ਸਜ਼ਾ ਦੇਵਾਂਗੀ ਕਿ ਤੂੰ ਜ਼ਿੰਦਗੀ ਭਰ ਯਾਦ ਰੱਖੇਗੀ। ਫਿਰ ਉਸਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰ ਦਿੱਤਾ। ਪਿੱਛੇ ਖੜਾ ਅੰਕੁਰ ਇਹ ਸਭ ਕੁਝ ਦੇਖ ਰਿਹਾ ਸੀ ਅਤੇ ਉਸਨੇ ਕੁਝ ਵੀ ਨਹੀਂ ਕਿਹਾ। ਵਿਸ਼ੈਲੀ ਦਾ ਗੁੱਸਾ ਇੱਕ ਥੱਪੜ ਦੇ ਨਾਲ ਘੱਟ ਨਹੀਂ ਹੋਇਆ ਸੀ। ਉਸਨੇ ਮੇਰੇ ਸਿਰ ਨੂੰ ਕੰਧ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਡਰਦੇ ਮਾਰੇ ਅੱਖਾਂ ਕੱਸ ਕੇ ਬੰਦ ਕਰ ਲਈਆਂ ਸਨ, ਪਰ ਜਦੋਂ ਮੇਰਾ ਸਿਰ ਕੰਧ ਦੇ ਨਾਲ ਨਹੀਂ ਟਕਰਾਇਆ ਬਲਕਿ ਕਿਸੇ ਨਰਮ ਚੀਜ਼ ਦੇ ਨਾਲ ਟਕਰਾਇਆ ਸੀ ਤਾਂ ਮੈਂ ਅੱਖਾਂ ਖੋਲ੍ਹੀਆਂ। ਮੈਂ ਦੇਖਿਆ ਕਿ ਅੰਕੁਰ ਨੇ ਕੰਧ ਤੇ ਆਪਣਾ ਹੱਥ ਰੱਖ ਲਿਆ ਸੀ ਤਾਂ ਕਿ ਮੇਰਾ ਸਿਰ ਕੰਧ ਦੇ ਨਾਲ ਨਾ ਟਕਰਾਵੇ। ਜੇਕਰ ਉਸਨੇ ਆਪਣਾ ਹੱਥ ਅੱਗੇ ਨਾ ਕੀਤਾ ਹੁੰਦਾ ਅਤੇ ਮੇਰਾ ਸਿਰ ਕੰਧ ਦੇ ਨਾਲ ਵੱਜਦਾ ਤੇ ਫਟ ਜਾਂਦਾ। ਵਿਸ਼ੈਲੀ ਨੇ ਗੁੱਸੇ ਦੇ ਵਿੱਚ ਫਟੀਆਂ ਹੋਈਆਂ ਅੱਖਾਂ ਦੇ ਨਾਲ ਅੰਕੁਰ ਨੂੰ ਦੇਖਿਆ ਅਤੇ ਗੁੱਸੇ ਦੇ ਵਿੱਚ ਚੀਕੀ, ਤੁਸੀਂ ਬਹੁਤ ਗਲਤ ਕੀਤਾ ਹੈ ਅੰਕੁਰ। ਇੱਕ ਤਾਂ ਇਸ ਲੜਕੀ ਨੂੰ ਮੇਰੀ ਸੌਤਨ ਬਣਾ ਦਿੱਤਾ, ਉੱਪਰੋਂ ਹੁਣ ਤੁਸੀਂ ਇਸ ਦਾ ਬਚਾਅ ਵੀ ਕਰ ਰਹੇ ਹੋ। ਮੈਂ ਇਸ ਤੇ ਆਪਣਾ ਗੁੱਸਾ ਕੱਢਣਾ ਹੈ, ਹਟੋ ਮੇਰੇ ਰਸਤੇ ਤੋਂ। ਉਸਨੇ ਫਿਰ ਹੱਥ ਚੱਕਿਆ ਪਰ ਅੰਕੁਰ ਨੇ ਉਸਨੂੰ ਰੋਕ ਦਿੱਤਾ ਅਤੇ ਭਾਰੀ ਆਵਾਜ਼ ਦੇ ਵਿੱਚ ਕਿਹਾ, ਬਹੁਤ ਹੋ ਗਿਆ ਵਿਸ਼ੈਲੀ, ਤੁਸੀਂ ਆਪਣੀ ਇੱਜ਼ਤ ਅਤੇ ਹੈਸੀਅਤ ਖੁਦ ਮਿਟਾ ਰਹੇ ਹੋ। ਤੁਸੀਂ ਇਸ ਘਰ ਦੇ ਖਾਨਦਾਨੀ ਬਹੂ ਹੋ, ਤੁਹਾਡੀ ਜਗ੍ਹਾ ਕੋਈ ਦੂਜਾ ਨਹੀਂ ਲੈ ਸਕਦਾ ਅਤੇ ਇਹ ਲੜਕੀ ਤਾਂ ਸਿਰਫ ਇਸ ਘਰ ਦੇ ਵਿੱਚ ਬੱਚਾ ਪੈਦਾ ਕਰਨ ਦੇ ਲਈ ਆਈ ਹੈ। ਜਦੋਂ ਹੀ ਇਹ ਬੱਚਾ ਪੈਦਾ ਕਰ ਦੇਵੇਗੀ ਮੈਂ ਇਸ ਨੂੰ ਛੱਡ ਦਿਆਂਗਾ। ਅੰਕੁਰ ਦੀਆਂ ਗੱਲਾਂ ਸੁਣ ਕੇ ਵਿਸ਼ੈਲੀ ਦਾ ਗੁੱਸਾ ਥੋੜਾ ਠੰਡਾ ਪੈ ਗਿਆ, ਪਰ ਮੇਰੇ ਦਿਲ ਦੇ ਵਿੱਚ ਇੱਕ ਤੂਫਾਨ ਮੱਚ ਗਿਆ ਸੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਤੁਰੇ। ਅੰਕੁਰ ਨੇ ਨੌਕਰਾਣੀ ਨੂੰ ਕਿਹਾ ਕਿ ਚੰਪਾ, ਜਿਸ ਨੂੰ ਮੇਰੇ ਕਮਰੇ ਦੇ ਵਿੱਚ ਲੈ ਕੇ ਜਾਓ। ਇਹ ਸੁਣਦੇ ਹੀ ਵਿਸ਼ੈਲੀ ਫਿਰ ਤੋਂ ਗੁੱਸੇ ਦੇ ਵਿੱਚ ਆ ਗਈ, ਕਹਿਣ ਲੱਗੀ, ਖਬਰਦਾਰ, ਜੇਕਰ ਤੁਸੀਂ ਇਸ ਨੂੰ ਸਾਡੇ ਕਮਰੇ ਦੇ ਵਿੱਚ ਲੈ ਕੇ ਗਏ, ਉਹ ਕਮਰਾ ਮੇਰਾ ਅਤੇ ਤੁਹਾਡਾ ਹੈ। ਅੰਕੁਰ ਨੇ ਕੁਝ ਸੋਚਦੇ ਹੋਏ ਕਿਹਾ ਕਿ ਚੰਪਾ, ਇਸ ਨੂੰ ਉੱਪਰ ਵਾਲੇ ਕਮਰੇ ਦੇ ਵਿੱਚ ਲੈ ਕੇ ਜਾਓ। ਹਾਂ, ਉੱਪਰ ਵਾਲੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਵੀ ਕਰ ਦਿਓ। ਚੰਪਾ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਲੈ ਕੇ ਉੱਪਰ ਚਲੀ ਗਈ। ਕਮਰੇ ਦੇ ਵਿੱਚ ਪਹੁੰਚ ਕੇ ਮੈਂ ਬਿਸਤਰੇ ਤੇ ਬੈਠ ਕੇ ਰੋਣ ਲੱਗੀ। ਚੰਪਾ ਕਮਰੇ ਦੀ ਸਫਾਈ ਕਰਦੀ ਰਹੀ ਅਤੇ ਵਿੱਚ ਵਿੱਚ ਮੈਨੂੰ ਵੀ ਦੇਖਦੀ ਰਹੀ। ਆਖਿਰਕਾਰ ਉਸਨੇ ਮੇਰੇ ਕੋਲ ਆ ਕੇ ਕਿਹਾ, ਗੌਰੀ, ਤੁਸੀਂ ਮੇਰੀ ਛੋਟੀ ਭੈਣ ਦੀ ਤਰ੍ਹਾਂ ਹੋ। ਰੋ ਰੋ ਕੇ ਆਪਣੇ ਆਪ ਨੂੰ ਪਰੇਸ਼ਾਨ ਅਤੇ ਕਮਜ਼ੋਰ ਨਾ ਕਰੋ। ਪਰਮਾਤਮਾ ਦੀ ਮਰਜ਼ੀ ਸਮਝ ਕੇ ਸਭ ਕੁਝ ਸਵੀਕਾਰ ਕਰ ਲਓ। ਅਤੇ ਵੈਸੇ ਵੀ ਛੋਟੇ ਮਾਲਕ ਦਿਲ ਦੇ ਬੁਰੇ ਨਹੀਂ ਹਨ, ਬਸ ਥੋੜਾ ਗੁੱਸੇ ਵਾਲੇ ਹਨ। ਮੈਂ ਹੰਝੂ ਪੂੰਝਦੇ ਹੋਏ ਕਿਹਾ, ਦੀਦੀ, ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਸ ਘਰ ਦੇ ਵਿੱਚ ਮੇਰੀ ਕੋਈ ਹੈਸੀਅਤ ਨਹੀਂ ਹੈ। ਮੈਨੂੰ ਸਿਰਫ ਬੱਚਾ ਪੈਦਾ ਕਰਨ ਦੇ ਲਈ ਇਸ ਘਰ ਦੇ ਵਿੱਚ ਲਿਆਂਦਾ ਗਿਆ ਹੈ। ਜਦੋਂ ਬੱਚਾ ਪੈਦਾ ਹੋਵੇਗਾ ਤਾਂ ਇਹ ਲੋਕ ਮੈਨੂੰ ਛੱਡ ਦੇਣਗੇ, ਫਿਰ ਮੇਰਾ ਕੀ ਹੋਵੇਗਾ? ਚੰਪਾ ਨੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ, ਇੰਨਾ ਨਾ ਸੋਚੋ। ਬੱਚਾ ਇੱਕ ਅਜਿਹੀ ਚੀਜ਼ ਹੁੰਦਾ ਹੈ ਜੋ ਪਤੀ ਪਤਨੀ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰ ਦਿੰਦਾ ਹੈ ਅਤੇ ਹੋ ਸਕਦਾ ਹੈ ਕਿ ਛੋਟੇ ਮਾਲਕ ਦੇ ਦਿਲ ਦੇ ਵਿੱਚ ਤੁਹਾਡੇ ਲਈ ਪਿਆਰ ਜਾਗ ਜਾਵੇ। ਚੰਪਾ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜੀ ਰਾਹਤ ਮਿਲੀ, ਪਰ ਅਜੇ ਵੀ ਮੇਰਾ ਮਨ ਬੇਚੈਨ ਸੀ। ਅੱਜ ਮੇਰੀ ਸੁਹਾਗਰਾਤ ਸੀ ਅਤੇ ਮੈਨੂੰ ਪਤਾ ਸੀ ਕਿ ਅੰਕੁਰ ਕਿਸੇ ਵੀ ਸਮੇਂ ਕਮਰੇ ਦੇ ਵਿੱਚ ਆ ਸਕਦਾ ਹੈ। ਮੈਂ ਡਰਦੇ ਮਾਰੇ ਕੰਬ ਰਹੀ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਉਹੀ ਨਜ਼ਾਰਾ ਘੁੰਮਣ ਲੱਗਿਆ ਜਦੋਂ ਮੈਂ ਵਿਸ਼ੈਲੀ ਦੇ ਨਾਲ ਅੰਕੁਰ ਨੂੰ ਜਾਨਵਰਾਂ ਵਾਲਾ ਵਿਵਹਾਰ ਕਰਦੇ ਦੇਖਿਆ ਸੀ। ਉਸ ਸਮੇਂ ਹੀ ਥੋੜੀ ਜਿਹੀ ਆਵਾਜ਼ ਆਈ। ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ। ਅੰਕੁਰ ਕਮਰੇ ਦੇ ਵਿੱਚ ਦਾਖਲ ਹੋਇਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਉਸਨੇ ਆਪਣਾ ਕੋਟ ਲਾ ਕੇ ਹੈਂਗਰ ਤੇ ਰੱਖ ਦਿੱਤਾ ਅਤੇ ਫਿਰ ਘੜੀ ਅਤੇ ਅੰਗੂਠੀ ਉਤਾਰਨ ਲੱਗ ਗਿਆ। ਉਸ ਤੋਂ ਬਾਅਦ ਉਹ ਮੇਰੇ ਕੋਲ ਆ ਕੇ ਬੈਠ ਗਿਆ। ਕੁਝ ਸਮੇਂ ਤੱਕ ਮੈਨੂੰ ਦੇਖਦਾ ਰਿਹਾ ਅਤੇ ਫਿਰ ਹੌਲੀ ਜਿਹੀ ਬੋਲਿਆ, ਜਾਓ, ਫਰੈਸ਼ ਹੋ ਕੇ ਆਓ। ਮੈਂ ਬਿਨਾਂ ਕੁਝ ਕਹੇ ਜਲਦੀ ਨਾਲ ਬਾਥਰੂਮ ਦੇ ਵਿੱਚ ਚਲੀ ਗਈ। ਮੈਂ ਨਹਾ ਧੋ ਕੇ ਇੱਕ ਢਿੱਲਾ ਜਿਹਾ ਸੂਟ ਪਾ ਲਿਆ ਸੀ ਜੋ ਬਾਥਰੂਮ ਦੇ ਵਿੱਚ ਹੀ ਪਹਿਲਾਂ ਤੋਂ ਹੀ ਟੰਗਿਆ ਹੋਇਆ ਸੀ। ਜਦੋਂ ਮੈਂ ਬਾਹਰ ਆਈ ਤਾਂ ਦੇਖਿਆ ਅੰਕੁਰ ਬੈੱਡ ਦੇ ਨਾਲ ਢੂਈ ਲਗਾ ਕੇ ਬੈਠਾ ਸੀ, ਜਿਵੇਂ ਉਹ ਮੇਰਾ ਹੀ ਇੰਤਜ਼ਾਰ ਕਰ ਰਿਹਾ ਹੋਵੇ। ਮੈਂ ਥੋੜੀ ਦੂਰ ਖੜੀ ਹੋ ਕੇ ਆਪਣੀਆਂ ਉਂਗਲਾਂ ਮਰੋੜ ਰਹੀ ਸੀ। ਉਹ ਬੋਲਿਆ, ਹੁਣ ਕੀ ਹੋਇਆ? ਇੱਥੇ ਆਓ ਮੇਰੇ ਕੋਲ। ਮੈਂ ਹੌਲੀ ਹੌਲੀ ਉਸਦੇ ਕੋਲ ਆਈ, ਪਰ ਮੈਂ ਬੈੱਡ ਤੇ ਨਹੀਂ ਬੈਠੀ। ਉਸਨੇ ਇੱਕ ਝਟਕੇ ਦੇ ਨਾਲ ਮੈਨੂੰ ਆਪਣੇ ਵੱਲ ਖਿੱਚਿਆ। ਉਸ ਦੇ ਇੰਨੇ ਨੇੜੇ ਜਾਣ ਤੇ ਹੀ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਿਆ। ਮੈਂ ਡਰਦੇ ਮਾਰੇ ਫਿਰ ਤੋਂ ਉੱਠ ਕੇ ਖੜੀ ਹੋ ਗਈ। ਮੇਰੀ ਹਰਕਤ ਦੇਖ ਕੇ ਅੰਕੁਰ ਦੇ ਮੱਥੇ ਤੇ ਵੱਟ ਪੈ ਗਏ। ਉਸਨੇ ਗੁੱਸੇ
ਗੁੱਸੇ ਦੇ ਨਾਲ ਕਿਹਾ, ਕੀ ਹੋਇਆ, ਕਿਉਂ ਤੁਸੀਂ ਇਸ ਤਰ੍ਹਾਂ ਦਾ ਵਰਤਾਵ ਕਰ ਰਹੇ ਹੋ। ਮੈਂ ਕੰਬਦੇ ਹੋਏ ਕਿਹਾ ਕਿ ਮੈਨੂੰ ਡਰ ਲੱਗਦਾ ਹੈ, ਪਲੀਜ਼ ਇਹ ਸਭ ਨਾ ਕਰੋ। ਅੰਕੁਰ ਨੇ ਹੈਰਾਨੀ ਦੇ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ, ਕਿਸ ਗੱਲ ਤੋਂ ਡਰ ਰਹੇ ਹੋ ਤੁਸੀਂ? ਅਸੀਂ ਦੋਵੇਂ ਪਤੀ ਪਤਨੀ ਹਾਂ ਅਤੇ ਅੱਜ ਸਾਡੀ ਸੁਹਾਗਰਾਤ ਹੈ, ਇਸ ਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ। ਇਹ ਕਹਿੰਦੇ ਹੋਏ ਉਸਨੇ ਮੇਰਾ ਹੱਥ ਫਿਰ ਤੋਂ ਖਿੱਚਿਆ ਤੇ ਇਸ ਵਾਰ ਮੈਂ ਉਸਦੇ ਉੱਪਰ ਡਿੱਗ ਪਈ। ਅਗਲੇ ਹੀ ਪਲ ਉਸਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਕਾਸ ਲਿਆ। ਮੈਂ ਉਸਦੀਆਂ ਬਾਹਾਂ ਦੇ ਵਿੱਚੋਂ ਆਪਣੇ ਆਪ ਨੂੰ ਛੁਡਾਉਣ ਲੱਗੀ ਅਤੇ ਫਿਰ ਤੋਂ ਕਿਹਾ ਕਿ ਪਲੀਜ਼ ਮੈਨੂੰ ਥੋੜਾ ਸਮਾਂ ਦੇ ਦਿਓ, ਸਿਰਫ 8 ਦਿਨਾਂ ਦਾ ਸਮਾਂ ਦੇ ਦਿਓ। ਪਰ ਅੰਕੁਰ ਤੇ ਨਸ਼ਾ ਸਵਾਰ ਹੋ ਚੁੱਕਿਆ ਸੀ। ਉਸਨੇ ਮੇਰੇ ਕੰਨ ਦੇ ਵਿੱਚ ਹੌਲੀ ਜਿਹੀ ਕਿਹਾ, ਜੋ ਹੋ ਰਿਹਾ ਹੈ ਉਸਨੂੰ ਹੋਣ ਦਿਓ, ਮੈਨੂੰ ਜਲਦੀ ਤੋਂ ਜਲਦੀ ਬੱਚਾ ਚਾਹੀਦਾ ਹੈ ਅਤੇ ਇਸ ਦੇ ਲਈ ਇਹ ਸਭ ਕੁਝ ਕਰਨਾ ਜ਼ਰੂਰੀ ਹੈ। ਇਹ ਕਹਿ ਕੇ ਉਸਨੇ ਹੌਲੀ ਹੌਲੀ ਆਪਣੀਆਂ ਸਾਰੀਆਂ ਹੱਦਾਂ ਪਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਡਰ ਦੇ ਮਾਰੇ ਕੰਬ ਰਹੀ ਸੀ, ਪਰ ਜੋ ਵੀ ਹੋਇਆ ਉਸਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਅੰਕੁਰ ਨੇ ਮੈਨੂੰ ਬਿਲਕੁਲ ਵੀ ਤਕਲੀਫ ਨਹੀਂ ਦਿੱਤੀ ਸੀ। ਮੈਂ ਸੋਚ ਰਹੀ ਸੀ ਕਿ ਅੰਕੁਰ ਮੈਨੂੰ ਉਸ ਤਰ੍ਹਾਂ ਹੀ ਦਰਦ ਦੇਵੇਗਾ ਜਿਵੇਂ ਉਸਨੇ ਵਿਸ਼ੈਲੀ ਨੂੰ ਦਿੱਤਾ ਸੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਉਸਨੇ ਬਹੁਤ ਹੀ ਪਿਆਰ ਦੇ ਨਾਲ ਮੇਰਾ ਸਾਥ ਦਿੱਤਾ ਅਤੇ ਬਹੁਤ ਹੀ ਨਰਮੀ ਦੇ ਨਾਲ ਮੇਰੇ ਨਾਲ ਸਭ ਕੁਝ ਕੀਤਾ ਸੀ। ਉਸਦੇ ਇਸ ਪਿਆਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕਰ ਦਿੱਤਾ। ਇਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸਾਬਿਤ ਹੋਈ ਸੀ। ਅੱਗੇ ਕੀ ਹੋਵੇਗਾ ਇਹ ਸੋਚ ਕੇ ਮੇਰਾ ਦਿਲ ਧੜਕਣ ਲੱਗਿਆ ਸੀ, ਪਰ ਉਸੇ ਸਮੇਂ ਹੀ ਮੈਂ ਸਭ ਕੁਝ ਭੁਲਾ ਦਿੱਤਾ। ਮੈਂ ਹੁਣ ਸਿਰਫ ਤੇ ਸਿਰਫ ਅੰਕੁਰ ਦੇ ਪਿਆਰ ਦੇ ਵਿੱਚ ਡੁੱਬੀ ਹੋਈ ਸੀ। ਮੈਂ ਸਭ ਕੁਝ ਆਪਣੇ ਦਿਲ ਅਤੇ ਦਿਮਾਗ ਦੇ ਵਿੱਚੋਂ ਕੱਢ ਦਿੱਤਾ ਸੀ ਅਤੇ ਬਸ ਅੰਕੁਰ ਦੀਆਂ ਮਜ਼ਬੂਤ ਬਾਹਾਂ ਦੇ ਵਿੱਚ ਪਈ ਸੀ। ਸਵੇਰੇ ਮੇਰੀ ਅੱਖ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਣ ਦੇ ਨਾਲ ਖੁੱਲੀ ਸੀ। ਮੈਂ ਘਬਰਾ ਕੇ ਉੱਠੀ ਅਤੇ ਅੰਕੁਰ ਵੀ ਉੱਠ ਕੇ ਬੈਠ ਚੁੱਕਿਆ ਸੀ। ਮੈਂ ਜਲਦੀ ਨਾਲ ਆਪਣਾ ਸੂਟ ਪਾ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਵਿਸ਼ੈਲੀ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ ਸੀ। ਵਿਸ਼ੈਲੀ ਦਾ ਚਿਹਰਾ ਗੁੱਸੇ ਦੇ ਨਾਲ ਲਾਲ ਹੋ ਰਿਹਾ ਸੀ। ਅੰਕੁਰ ਵੀ ਉਸ ਦੀ ਆਵਾਜ਼ ਸੁਣ ਕੇ ਜਲਦੀ ਦੇ ਨਾਲ ਬਿਸਤਰੇ ਤੋਂ ਉੱਠਿਆ ਸੀ। ਵਿਸ਼ੈਲੀ ਦੀਆਂ ਨਜ਼ਰਾਂ ਸਾਡੇ ਦੋਹਾਂ ਤੇ ਸਨ। ਉਸ ਦੀਆਂ ਅੱਖਾਂ ਦੇ ਵਿੱਚ ਗੁੱਸੇ ਦੇ ਨਾਲ ਨਾਲ ਜਲਨ ਵੀ ਸਾਫ਼ ਦਿਖਾਈ ਦੇ ਰਹੀ ਸੀ। ਅੰਕੁਰ ਇਸ ਸਮੇਂ ਬਿਨਾਂ ਸ਼ਰਟ ਤੋਂ ਸੀ ਅਤੇ ਮੇਰੀ ਹਾਲਤ ਵੀ ਵਿਸ਼ੈਲੀ ਤੋਂ ਲੁਕੀ ਨਹੀਂ ਸੀ। ਵਿਸ਼ੈਲੀ ਦੀਆਂ ਨਜ਼ਰਾਂ ਮੇਰੇ ਤੇ ਇਸ ਤਰ੍ਹਾਂ ਜੰਮੀਆਂ ਹੋਈਆਂ ਸਨ ਕਿ ਮੈਂ ਨੀਵੀਂ ਪਾ ਗਈ ਸੀ। ਅੰਕੁਰ ਨੇ ਵਿਸ਼ੈਲੀ ਦੀਆਂ ਤਿੱਖੀਆਂ ਨਜ਼ਰਾਂ ਨੂੰ ਮਹਿਸੂਸ ਕਰ ਲਿਆ ਸੀ ਅਤੇ ਸੋਫੇ ਤੇ ਪਈ ਹੋਈ ਆਪਣੀ ਸ਼ਰਟ ਚੱਕ ਕੇ ਜਲਦੀ ਨਾਲ ਪਾ ਲਈ। ਮੈਂ ਆਪਣੇ ਅੰਦਰ ਇੱਕ ਅਜੀਬ ਜਿਹਾ ਬੋਝ ਮਹਿਸੂਸ ਕਰ ਰਹੀ ਸੀ ਜੋ ਕੁਝ ਰਾਤ ਨੂੰ ਮੇਰੇ ਅਤੇ ਅੰਕੁਰ ਦੇ ਵਿਚਕਾਰ ਹੋਇਆ ਸੀ। ਉਹ ਨਵਾਂ ਨਹੀਂ ਸੀ, ਪਰ ਫਿਰ ਵੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ। ਆਖਰਕਾਰ ਅੰਕੁਰ ਵਿਸ਼ੈਲੀ ਦਾ ਪਤੀ ਸੀ ਅਤੇ ਕੋਈ ਵੀ ਪਤਨੀ ਆਪਣੇ ਪਤੀ ਨੂੰ ਵੰਡਣਾ ਨਹੀਂ ਚਾਹੁੰਦੀ। ਵਿਸ਼ੈਲੀ ਨੇ ਮੇਰੇ ਵੱਲ ਬਦਲ ਕੇ ਮੇਰਾ ਹੱਥ ਕੱਸ ਕੇ ਫੜਿਆ ਅਤੇ ਜ਼ੋਰ ਦੇ ਮਰੋੜਦੇ ਹੋਏ ਬੋਲੀ, ਕਰ ਹੀ ਲਈ ਤੂੰ ਆਪਣੇ ਮਨ ਦੀ, ਮੇਰੇ ਪਤੀ ਨੂੰ ਤੁਸੀਂ ਮੇਰੇ ਤੋਂ ਖੋਹ ਹੀ ਲਿਆ। ਮੈਂ ਪੂਰੀ ਰਾਤ ਰੋਈ ਹਾਂ ਇਹ ਸੋਚ ਕੇ ਕਿ ਅੱਜ ਦੀ ਰਾਤ ਤੂੰ ਅੰਕੁਰ ਦੀਆਂ ਬਾਹਾਂ ਦੇ ਵਿੱਚ ਹੋਵੇਗੀ। ਉਸ ਦੀਆਂ ਗੱਲਾਂ ਨੇ ਮੇਰੇ ਦਿਲ ਨੂੰ ਚੀਰ ਦਿੱਤਾ ਸੀ, ਪਰ ਮੇਰੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ। ਮੈਂ ਵਿਸ਼ੈਲੀ ਨੂੰ ਹਾਰੀਆਂ ਹੋਈਆਂ ਨਜ਼ਰਾਂ ਦੇ ਨਾਲ ਦੇਖ ਰਹੀ ਸੀ। ਇਹ ਉਹੀ ਵਿਸ਼ੈਲੀ ਸੀ ਜਿਹੜੀ ਹਮੇਸ਼ਾ ਅੰਕੁਰ ਦੇ ਨਾਲ ਲੜਦੀ ਰਹਿੰਦੀ ਸੀ, ਉਸ ਨੂੰ ਤਾਨੇ ਦਿੰਦੀ ਰਹਿੰਦੀ ਸੀ, ਪਰ ਅੱਜ ਉਸ ਦੇ ਦਿਲ ਦੇ ਵਿੱਚ ਅੰਕੁਰ ਦੇ ਲਈ ਇੰਨਾ ਪਿਆਰ ਕਿਉਂ ਆ ਰਿਹਾ ਸੀ। ਇਹ ਸਭ ਕੁਝ ਮੇਰੀ ਸਮਝ ਤੋਂ ਬਾਹਰ ਸੀ। ਵਿਸ਼ੈਲੀ ਨੇ ਮੇਰਾ ਹੱਥ ਅਜੇ ਤੱਕ ਵੀ ਨਹੀਂ ਛੱਡਿਆ ਸੀ। ਉਹ ਅਜੇ ਵੀ ਉਸ ਨੂੰ ਜ਼ੋਰ ਦੇ ਨਾਲ ਮਰੋੜ ਰਹੀ ਸੀ। ਮੈਂ ਮਦਦ ਦੇ ਲਈ ਅੰਕੁਰ ਦੇ ਵੱਲ ਦੇਖਿਆ, ਪਰ ਉਹ ਬੇਪਰਵਾਹ ਆਪਣੀ ਸ਼ਰਟ ਦੇ ਬਟਨ ਲਗਾਉਣ ਦੇ ਵਿੱਚ ਬਿਜੀ ਸੀ ਅਤੇ ਫਿਰ ਬਾਥਰੂਮ ਦੇ ਵਿੱਚ ਚਲਾ ਗਿਆ। ਇਸ ਦਾ ਮਤਲਬ ਇਹ ਸੀ ਕਿ ਅੰਕੁਰ ਸਿਰਫ ਬੰਦ ਕਮਰੇ ਦੇ ਵਿੱਚ ਹੀ ਮੇਰੇ ਨਾਲ ਪਿਆਰ ਜਤਾਉਂਦਾ ਸੀ, ਬਾਹਰ ਉਸ ਦੇ ਲਈ ਮੈਂ ਕੋਈ ਮਾਇਨੇ ਨਹੀਂ ਰੱਖਦੀ ਸੀ। ਸ਼ਾਇਦ ਇਹ ਸੱਚ ਵੀ ਸੀ, ਉਸ ਨੂੰ ਸਿਰਫ ਬੱਚਾ ਚਾਹੀਦਾ ਸੀ। ਬੱਚੇ ਦੇ ਲਈ ਉਹ ਮੇਰੇ ਨਾਲ ਰਿਸ਼ਤਾ ਬਣਾਉਂਦਾ ਤੇ ਉਸ ਤੋਂ ਬਾਅਦ ਉਸ ਨੂੰ ਮੇਰੇ ਨਾਲ ਕੀ ਮਤਲਬ ਹੋ ਸਕਦਾ ਸੀ। ਵਿਸ਼ੈਲੀ ਨੇ ਮੇਰਾ ਹੱਥ ਫੜ ਕੇ ਮੈਨੂੰ ਕਿਚਨ ਦੇ ਵੱਲ ਖਿੱਚਿਆ ਤੇ ਧੱਕਾ ਦਿੰਦੇ ਹੋਏ ਬੋਲੀ ਕਿ ਤੁਹਾਡੀ ਜਗ੍ਹਾ ਇਸ ਘਰ ਦੇ ਵਿੱਚ ਨਹੀਂ ਹੈ, ਜਾਓ, ਤੁਹਾਡੀ ਜਗ੍ਹਾ ਕਿਚਨ ਦੇ ਵਿੱਚ ਹੈ। ਨਾਸ਼ਤਾ ਬਣਾਓ ਤੇ ਫਿਰ ਘਰ ਦੀ ਸਾਫ਼ ਸਫਾਈ ਕਰੋ, ਸਮਝੀ। ਮੈਂ ਕਿਹਾ, ਦੀਦੀ ਮੈਂ ਨਹਾ ਕੇ ਆਉਂਦੀ ਹਾਂ, ਫਿਰ ਮੈਂ ਸਾਰੇ ਕੰਮ ਕਰ ਲਵਾਂਗੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ। ਫਿਰ ਮੈਂ ਚੁੱਪਚਾਪ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਮੇਰੇ ਵਿਆਹ ਦੀ ਪਹਿਲੀ ਸਵੇਰ ਸੀ। ਰਾਤ ਨੂੰ ਅੰਕੁਰ ਦੀਆਂ ਬਾਹਾਂ ਦੇ ਵਿੱਚ ਮੈਨੂੰ ਥੋੜਾ ਸਕੂਨ ਮਿਲਿਆ ਸੀ, ਪਰ ਹੁਣ ਫਿਰ ਤੋਂ ਮੇਰੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਦਿਨ ਇਸ ਤਰ੍ਹਾਂ ਹੀ ਗੁਜ਼ਰਨ ਲੱਗੇ। ਦਿਨ ਦੇ ਸਮੇਂ ਅੰਕੁਰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ ਸੀ, ਪਰ ਰਾਤ ਹੁੰਦੇ ਹੀ ਉਹ ਮੇਰੇ ਕੋਲ ਆਉਂਦਾ, ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈਂਦਾ, ਮੇਰੇ ਨਾਲ ਪਿਆਰ ਜਤਾਉਂਦਾ ਅਤੇ ਮੇਰੇ ਨਾਲ ਰਿਸ਼ਤਾ ਬਣਾਉਂਦਾ। ਪਰ ਰਿਸ਼ਤਾ ਬਣਾਉਣ ਤੋਂ ਬਾਅਦ ਵੀ ਉਹ ਮੈਨੂੰ ਆਪਣੀਆਂ ਬਾਹਾਂ ਦੇ ਵਿੱਚੋਂ ਨਿਕਲ ਨਹੀਂ ਦਿੰਦਾ ਸੀ। ਉਹ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਹੀ ਸੌਂਦਾ ਸੀ। ਮੈਂ ਅੰਕੁਰ ਦੇ ਇਸ ਦੋਹਰੇ ਵਿਵਹਾਰ ਤੇ ਹੈਰਾਨ ਸੀ। ਦਿਨ ਦੇ ਵਿੱਚ ਮੇਰੇ ਲਈ ਘਰ ਦੇ ਵਿੱਚ ਕੋਈ ਵੀ ਚੰਗਾ ਨਹੀਂ ਸੀ, ਪਰ ਅੰਕੁਰ ਦੀ ਦਾਦੀ ਨੂੰ ਛੱਡ ਕੇ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੀ ਸੀ। ਅੰਕੁਰ ਵੀ ਮੇਰਾ ਖਿਆਲ ਰੱਖਦਾ ਸੀ, ਪਰ ਉਸ ਦੇ ਖਿਆਲ ਰੱਖਣ ਦਾ ਤਰੀਕਾ ਅਲੱਗ ਸੀ। ਜਦੋਂ ਅਸੀਂ ਸਾਰੇ ਖਾਣੇ ਦੀ ਟੇਬਲ ਤੇ ਹੁੰਦੇ ਤਾਂ ਮੈਨੂੰ ਸਭ ਦੀਆਂ ਗੁੱਸੇ ਭਰੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ। ਅੰਕੁਰ ਗੱਲਾਂ ਬਾਤਾਂ ਦੇ ਵਿੱਚ ਸਭ ਦਾ ਧਿਆਨ ਮੇਰੇ ਵੱਲੋਂ ਹਟਾ ਦਿੰਦਾ ਅਤੇ ਚੁੱਪਚਾਪ ਮੇਰੀ ਪਲੇਟ ਦੇ ਵਿੱਚ ਖਾਣਾ ਪਾਉਂਦਾ ਰਹਿੰਦਾ, ਪਰ ਉਹ ਚੁੱਪਚਾਪ ਕੋਈ ਚੀਜ਼ ਲਿਆ ਕੇ ਮੇਰੇ ਹੱਥਾਂ ਦੇ ਵਿੱਚ ਫੜਾ ਦਿੰਦਾ
ਹੁੰਦਾ, ਪਰ ਜਦੋਂ ਵੀ ਕੋਈ ਚੀਜ਼ ਮੈਨੂੰ ਅੰਕੁਰ ਲਿਆ ਕੇ ਦਿੰਦਾ ਤਾਂ ਕੁਝ ਸਮੇਂ ਬਾਅਦ ਵਿਸ਼ੈਲੀ ਆ ਕੇ ਉਹ ਸਮਾਨ ਮੇਰੇ ਹੱਥੋਂ ਲੈ ਲੈਂਦੀ। ਸਾਡੇ ਵਿਆਹ ਨੂੰ 1 ਮਹੀਨਾ ਹੋ ਚੁੱਕਿਆ ਸੀ ਅਤੇ ਇਸ ਪੂਰੇ 1 ਮਹੀਨੇ ਦੇ ਵਿੱਚ ਮੈਂ 2 ਜੋੜੇ ਕੱਪੜੇ ਵਾਰ-ਵਾਰ ਰਿਪੀਟ ਕਰਕੇ ਪਾ ਰਹੀ ਸੀ। ਇੱਕ ਦਿਨ ਜਦੋਂ ਮੈਂ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਅੰਕੁਰ ਪਾਣੀ ਪੀਣ ਦੇ ਲਈ ਕਿਚਨ ਦੇ ਵਿੱਚ ਆਇਆ। ਉਸ ਦਿਨ ਮੈਂ ਗਰਮੀ ਤੋਂ ਪਰੇਸ਼ਾਨ ਹੋ ਕੇ ਆਪਣਾ ਦੁਪੱਟਾ ਲਾਹ ਕੇ ਹੈਂਗਰ ਤੇ ਰੱਖ ਦਿੱਤਾ ਸੀ। ਮੇਰੇ ਮੋਢੇ ਤੋਂ ਮੇਰਾ ਕੁੜਤਾ ਫਟਿਆ ਹੋਇਆ ਸੀ ਅਤੇ ਸ਼ਾਇਦ ਅੰਕੁਰ ਨੇ ਇਹ ਨੋਟ ਕਰ ਲਿਆ ਸੀ। ਉਸਨੇ ਗੁੱਸੇ ਦੇ ਵਿੱਚ ਆ ਕੇ ਮੇਰੀ ਬਾਂਹ ਫੜੀ ਅਤੇ ਬੋਲਿਆ, ਤੁਸੀਂ ਇਸ ਘਰ ਦੀ ਬਹੂ ਹੋ, ਮੇਰੀ ਪਤਨੀ ਹੋ ਕੇ ਤੁਸੀਂ ਇਹ ਪੁਰਾਣੇ ਪਾਟੇ ਕੱਪੜੇ ਪਾ ਕੇ ਘੁੰਮ ਰਹੇ ਹੋ ਅਤੇ ਜੋ ਕੁਝ ਮੈਂ ਤੁਹਾਨੂੰ ਲਿਆ ਕੇ ਦਿੰਦਾ ਹਾਂ ਉਹ ਸਭ ਸਮਾਨ ਕਿੱਥੇ ਹੈ? ਮੈਂ ਨਜ਼ਰਾਂ ਝੁਕਾ ਲਈਆਂ ਅਤੇ ਹੌਲੀ ਜਿਹੀ ਕਿਹਾ ਕਿ ਉਹ ਵਿਸ਼ੈਲੀ ਸਭ ਮੇਰੇ ਤੋਂ ਖੋਹ ਲੈਂਦੀ ਹੈ। ਇਹ ਸੁਣ ਕੇ ਉਹ ਗੁੱਸੇ ਦੇ ਵਿੱਚ ਮੈਨੂੰ ਕਿਚਨ ਦੇ ਵਿੱਚ ਛੱਡ ਕੇ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਵਿਸ਼ੈਲੀ ਸਾਰਾ ਸਮਾਨ ਮੇਰੇ ਕਮਰੇ ਦੇ ਵਿੱਚ ਸੁੱਟ ਕੇ ਚਲੀ ਗਈ ਸੀ। ਅੰਕੁਰ ਨੇ ਫਿਰ ਕਿਹਾ ਕਿ ਚਲੋ ਇੱਕ ਚੰਗੀ ਜਿਹੀ ਸਾੜੀ ਕੱਢੋ ਅਤੇ ਪਾ ਕੇ ਤਿਆਰ ਹੋ ਜਾਓ। ਪਿਛਲੇ 8 ਦਿਨਾਂ ਤੋਂ ਅੰਕੁਰ ਮੇਰੇ ਕੋਲ ਨਹੀਂ ਆਇਆ ਸੀ। ਵਿਸ਼ੈਲੀ ਹਮੇਸ਼ਾ ਉਸਦੇ ਨਾਲ ਚਿਪਕੀ ਰਹਿੰਦੀ ਸੀ, ਪਰ ਅੱਜ ਅੰਕੁਰ ਦੀਆਂ ਨਜ਼ਰਾਂ ਦੇ ਵਿੱਚ ਕੁਝ ਅਲੱਗ ਦਿਖਾਈ ਦੇ ਰਿਹਾ ਸੀ। ਉਹ ਮੇਰੇ ਕੋਲ ਆਇਆ ਅਤੇ ਮੇਰੇ ਕੰਨ ਦੇ ਕੋਲ ਆ ਕੇ ਬੋਲਿਆ, ਇਹ ਰੈੱਡ ਵਾਲੀ ਸਾੜੀ ਪਾ ਕੇ ਤਿਆਰ ਹੋ ਜਾਓ, ਅੱਜ ਰਾਤ ਮੈਂ ਤੁਹਾਡੇ ਕੋਲ ਆਵਾਂਗਾ। ਮੇਰੇ ਚਿਹਰੇ ਤੇ ਸ਼ਰਮ ਦੀ ਲਾਲੀ ਛਾ ਗਈ, ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਮੈਂ ਆਪਣੀ ਹਾਲਤ ਤੇ ਖੁਦ ਹੈਰਾਨ ਸੀ। ਕਦੋਂ ਮੈਂ ਆਪਣੇ ਦਿਲ ਦੇ ਵਿੱਚ ਅੰਕੁਰ ਦੇ ਲਈ ਸੁਪਨੇ ਸਜਾਉਣ ਲੱਗੀ, ਕਦੋਂ ਮੈਂ ਉਸਦੀ ਸੰਗਤ ਪਾਉਣ ਦੇ ਲਈ ਤੜਫਣ ਲੱਗੀ, ਮੈਨੂੰ ਖੁਦ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਮੈਂ ਬਹੁਤ ਦਿਲ ਦੇ ਨਾਲ ਤਿਆਰ ਹੋ ਕੇ ਅੰਕੁਰ ਦਾ ਇੰਤਜ਼ਾਰ ਕੀਤਾ, ਕਮਰੇ ਦੇ ਵਿੱਚ ਇੱਧਰ ਉੱਧਰ ਘੁੰਮਦੇ ਹੋਏ ਹਰ ਸਮੇਂ ਅੰਕੁਰ ਦੀ ਰਾਹ ਦੇਖ ਰਹੀ ਸੀ। ਪਰ ਮੇਰਾ ਦਿਲ ਕੁਝ ਭਾਰੀ ਭਾਰੀ ਮਹਿਸੂਸ ਹੋ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੰਨੋ ਹੁਣੇ ਮੈਨੂੰ ਚੱਕਰ ਆ ਜਾਵੇਗਾ ਤੇ ਮੈਂ ਡਿੱਗ ਜਾਵਾਂਗੀ। ਪਰ ਫਿਰ ਵੀ ਅੰਕੁਰ ਦੇ ਆਉਣ ਦੀ ਖੁਸ਼ੀ ਨੇ ਮੈਨੂੰ ਸਭ ਕੁਝ ਭੁਲਾ ਦਿੱਤਾ ਸੀ। ਉਸ ਸਮੇਂ ਹੀ ਦਰਵਾਜ਼ਾ ਖੜਕਿਆ ਤੇ ਅੰਕੁਰ ਕਮਰੇ ਦੇ ਵਿੱਚ ਦਾਖਲ ਹੋਇਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ। ਉਸ ਦੀ ਮੁਸਕਾਨ ਦੇਖ ਕੇ ਜਿਵੇਂ ਮੇਰੀ ਸਾਰੀ ਪਰੇਸ਼ਾਨੀ ਹਵਾ ਦੇ ਵਿੱਚ ਉੱਡ ਗਈ। ਮੈਂ ਸੋਚ ਲਿਆ ਸੀ ਕਿ ਅੱਜ ਮੈਂ ਉਸ ਨੂੰ ਜ਼ਰੂਰ ਪੁੱਛਾਂਗੀ ਕਿ ਸਾਰਿਆਂ ਦੇ ਸਾਹਮਣੇ ਉਹ ਮੈਨੂੰ ਇਗਨੋਰ ਕਿਉਂ ਕਰਦਾ ਹੈ, ਜਦੋਂ ਕਿ ਉਹ ਇਕੱਲੇ ਦੇ ਵਿੱਚ ਮੇਰੇ ਨਾਲ ਇੰਨਾ ਪਿਆਰ ਨਾਲ ਪੇਸ਼ ਆਉਂਦਾ ਹੈ। ਆਖਰਕਾਰ ਇਸ ਤਰ੍ਹਾਂ ਕਿਉਂ? ਪਰ ਉਸ ਤੋਂ ਪਹਿਲਾਂ ਹੀ ਅਚਾਨਕ ਮੈਨੂੰ ਆਪਣਾ ਪੂਰਾ ਕਮਰਾ ਘੁੰਮਦਾ ਹੋਇਆ ਮਹਿਸੂਸ ਹੋਇਆ। ਮੈਨੂੰ ਲੱਗਿਆ ਕਿ ਮੈਂ ਡਿੱਗਣ ਵਾਲੀ ਹਾਂ ਕਿ ਉਸ ਸਮੇਂ ਹੀ ਅੰਕੁਰ ਨੇ ਮੈਨੂੰ ਆ ਕੇ ਜਲਦੀ ਨਾਲ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਮੈਂ ਪੂਰੀ ਤਰ੍ਹਾਂ ਉਸਦੀਆਂ ਬਾਹਾਂ ਦੇ ਵਿੱਚ ਡਿੱਗ ਪਈ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਆਪ ਨੂੰ ਹਸਪਤਾਲ ਦੇ ਬਿਸਤਰੇ ਤੇ ਦੇਖਿਆ। ਅੰਕੁਰ ਮੇਰੇ ਸਾਹਮਣੇ ਖੜਾ ਸੀ ਅਤੇ ਡਾਕਟਰ ਦੇ ਨਾਲ ਕੁਝ ਗੱਲਾਂ ਕਰ ਰਿਹਾ ਸੀ। ਜਿਵੇਂ ਹੀ ਉਸਨੇ ਮੈਨੂੰ ਹੋਸ਼ ਦੇ ਵਿੱਚ ਦੇਖਿਆ, ਉਸ ਦੇ ਚਿਹਰੇ ਤੇ ਇੱਕ ਨਰਮ ਜਿਹੀ ਮੁਸਕਾਨ ਆ ਗਈ। ਡਾਕਟਰ ਕਮਰੇ ਤੋਂ ਬਾਹਰ ਜਾ ਚੁੱਕੀ ਸੀ ਅਤੇ ਅੰਕੁਰ ਜਲਦੀ ਨਾਲ ਮੇਰੇ ਕੋਲ ਆਇਆ, ਬੇਚੈਨੀ ਦੇ ਨਾਲ ਮੇਰੇ ਹੱਥਾਂ ਨੂੰ ਚੁੰਮਦੇ ਹੋਏ ਕਿਹਾ, ਤੁਸੀਂ ਜਾਣਦੇ ਹੋ ਗੌਰੀ? ਉਸਨੇ ਆਪਣਾ ਹੱਥ ਮੇਰੇ ਪੇਟ ਤੇ ਰੱਖ ਦਿੱਤਾ। ਅੱਜ ਤੁਸੀਂ ਮੈਨੂੰ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ, ਤੁਸੀਂ ਮਾਂ ਬਣਨ ਵਾਲੇ ਹੋ ਅਤੇ ਕਿੰਨਾ ਵਧੀਆ ਅਹਿਸਾਸ ਹੈ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪਰ ਉਸ ਦੀ ਖੁਸ਼ੀ ਦੇ ਵਿੱਚ ਮੈਂ ਖੁਸ਼ ਨਹੀਂ ਹੋ ਸਕੀ। ਮੇਰੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਦਰਦ ਭਰ ਗਿਆ। ਮਾਂ ਬਣਨ ਦਾ ਅਹਿਸਾਸ ਬਹੁਤ ਵਧੀਆ ਹੁੰਦਾ ਹੈ ਅਤੇ ਬਹੁਤ ਹੀ ਅਨੋਖਾ। ਹਰ ਇੱਕ ਔਰਤ ਇਸ ਅਹਿਸਾਸ ਦੇ ਵਿੱਚੋਂ ਗੁਜ਼ਰਨਾ ਚਾਹੁੰਦੀ ਹੈ, ਪਰ ਮੈਂ ਖੁਸ਼ ਨਹੀਂ ਸੀ ਕਿਉਂਕਿ ਬੱਚਾ ਪੈਦਾ ਹੁੰਦੇ ਹੀ ਅੰਕੁਰ ਮੇਰੇ ਤੋਂ ਆਪਣੇ ਬੱਚੇ ਨੂੰ ਲੈ ਲੈਂਦਾ ਅਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਕੱਢ ਦਿੰਦਾ। ਇਹੀ ਤਾਂ ਉਸ ਨੇ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਮੈਨੂੰ ਸਿਰਫ ਬੱਚਾ ਚਾਹੀਦਾ ਹੈ, ਪਿਆਰ ਨਹੀਂ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਤਾਂ ਹੁਣ ਉਸ ਨੂੰ ਪਿਆਰ ਕਰਨ ਲੱਗੀ ਸੀ, ਮੈਂ ਉਸ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਉਸ ਦੀ ਨਿਗਾਹ ਮੇਰੇ ਤੇ ਪਈ ਤਾਂ ਉਸ ਨੇ ਬੇਚੈਨ ਹੋ ਕੇ ਮੈਨੂੰ ਪੁੱਛਿਆ, ਕੀ ਹੋਇਆ ਗੌਰੀ, ਇੰਨੀ ਵੱਡੀ ਖੁਸ਼ਖਬਰੀ ਤੇ ਤੁਸੀਂ ਖੁਸ਼ ਨਹੀਂ ਹੋ? ਮੈਂ ਆਪਣੀਆਂ ਅੱਖਾਂ ਦੇ ਹੰਝੂਆਂ ਨੂੰ ਲੁਕਾਉਂਦੇ ਹੋਏ ਕਿਹਾ, ਨਹੀਂ ਅੰਕੁਰ, ਇਹ ਤਾਂ ਖੁਸ਼ੀ ਦੇ ਹੰਝੂ ਹਨ। ਇਸ ਤੋਂ ਬਾਅਦ ਅੰਕੁਰ ਨੇ ਮੇਰਾ ਬਹੁਤ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਉਸਨੇ ਘਰ ਦੇ ਵਿੱਚ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਕੋਈ ਵੀ ਤਕਲੀਫ ਜਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਦਾਦੀ ਤਾਂ ਜਿਵੇਂ ਖੁਸ਼ੀ ਦੇ ਨਾਲ ਫੁੱਲੀ ਨਹੀਂ ਸਮਾ ਰਹੀ ਸੀ, ਮੰਨੋ ਜਿਵੇਂ ਹੁਣ ਉਸ ਨੂੰ ਆਪਣੀ ਗੋਦੀ ਦੇ ਵਿੱਚ ਆਪਣੇ ਪੋਤੇ ਨੂੰ ਖਿਡਾਉਣ ਦਾ ਇੰਤਜ਼ਾਰ ਸੀ। ਪਰ ਮੇਰੀ ਉਦਾਸੀ ਵੱਧਦੀ ਜਾ ਰਹੀ ਸੀ। ਮੈਨੂੰ ਅੰਕੁਰ ਤੋਂ ਦੂਰ ਜਾਣ ਦਾ ਖਿਆਲ ਅੰਦਰ ਹੀ ਅੰਦਰ ਤੋੜ ਰਿਹਾ ਸੀ। ਐਵੇਂ ਹੀ ਕਰਦੇ ਕਰਦੇ ਮੇਰੀ ਪ੍ਰੈਗਨੈਂਸੀ ਨੂੰ 8 ਮਹੀਨੇ ਹੋ ਗਏ ਸਨ। ਇੱਕ ਦਿਨ ਜਦੋਂ ਮੈਂ ਸਵੇਰੇ ਸਵੇਰੇ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਪੌੜੀਆਂ ਤੋਂ ਹੇਠਾਂ ਉਤਰ ਰਹੀ ਸੀ। ਅਚਾਨਕ ਮੇਰਾ ਪੈਰ ਤਿਲਕਿਆ ਅਤੇ ਮੈਂ ਪੌੜੀਆਂ ਤੇ ਹੀ ਡਿੱਗ ਪਈ। ਮੇਰੇ ਗਲ ਦੇ ਵਿੱਚੋਂ ਇੱਕ ਬਹੁਤ ਤੇਜ਼ ਚੀਕ ਨਿਕਲੀ ਸੀ। ਪੂਰਾ ਘਰ ਮੇਰੇ ਚਾਰੇ ਪਾਸੇ ਜਮ੍ਹਾਂ ਹੋ ਗਿਆ। ਅੰਕੁਰ ਭੱਜਦਾ ਹੋਇਆ ਮੇਰੇ ਕੋਲ ਆਇਆ। ਮੇਰੀ ਹਾਲਤ ਦੇਖ ਕੇ ਉਹ ਘਬਰਾ ਗਿਆ ਸੀ। ਮੇਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਅੰਕੁਰ ਨੇ ਮੈਨੂੰ ਜਲਦੀ ਦੇ ਨਾਲ ਗੋਦੀ ਦੇ ਵਿੱਚ ਚੱਕਿਆ ਤੇ ਆਪਣੀ ਜੀਪ ਦੇ ਵਿੱਚ ਪਾ ਕੇ ਜਲਦੀ ਦੇ ਨਾਲ ਹਸਪਤਾਲ ਦੇ ਵੱਲ ਭੱਜਿਆ। ਰਸਤੇ ਦੇ ਵਿੱਚ ਮੈਂ ਦਰਦ ਦੇ ਨਾਲ ਚੀਕਦੀ ਰਹੀ, ਪਰ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਡਾਕਟਰ ਦੀ ਗੱਲ ਨੇ ਜਿਵੇਂ ਮੇਰੇ ਦਿਲ ਨੂੰ ਚੀਰ ਕੇ ਰੱਖ ਦਿੱਤਾ ਸੀ। ਡਾਕਟਰ ਨੇ ਕਿਹਾ, ਅੰਕੁਰ, ਤੁਹਾਡੀ ਪਤਨੀ ਦੀ ਹਾਲਤ ਬਹੁਤ ਖਰਾਬ ਹੈ। ਜਾਂ ਤਾਂ ਅਸੀਂ ਬੱਚੇ ਨੂੰ ਬਚਾ ਸਕਦੇ ਹਾਂ ਜਾਂ ਫਿਰ ਅਸੀਂ ਤੁਹਾਡੀ ਪਤਨੀ ਨੂੰ। ਮੇਰਾ ਦਿਮਾਗ ਹਨੇਰੇ ਵਿੱਚ ਡੁੱਬਣ ਲੱਗਿਆ ਸੀ। ਮੈਨੂੰ ਯਕੀਨ ਸੀ ਕਿ ਅੰਕੁਰ ਬੱਚੇ ਨੂੰ ਹੀ ਚੁਣੇਗਾ।
ਉਸ ਨੂੰ ਤਾਂ ਬਸ ਬੱਚਾ ਚਾਹੀਦਾ ਸੀ, ਪਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਪੇਟ ਨੂੰ ਬਿਲਕੁਲ ਫਲੈਟ ਦੇਖਿਆ। ਮੇਰਾ ਬੱਚਾ ਹੁਣ ਮੇਰੇ ਪੇਟ ਦੇ ਵਿੱਚ ਨਹੀਂ ਸੀ। ਮੈਂ ਟੁੱਟ ਚੁੱਕੀ ਸੀ ਕਿ ਉਸ ਸਮੇਂ ਹੀ ਅੰਕੁਰ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ, ਗੌਰੀ ਕਿਵੇਂ ਹੋ? ਮੈਂ ਜਦੋਂ ਅੱਖਾਂ ਚੱਕ ਕੇ ਦੇਖਿਆ ਤਾਂ ਅੰਕੁਰ ਮੇਰੇ ਕੋਲ ਖੜਾ ਸੀ। ਉਸ ਦੇ ਚਿਹਰੇ ਤੇ ਦਰਦ ਅਤੇ ਦੁੱਖ ਦੀਆਂ ਡੂੰਘੀਆਂ ਲਕੀਰਾਂ ਸਨ। ਮੈਂ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ, ਅੰਕੁਰ ਸਾਡਾ ਬੱਚਾ ਕਿੱਥੇ ਹੈ? ਅੰਕੁਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਸਨੇ ਹੌਲੀ ਜਿਹੀ ਕਿਹਾ, ਗੌਰੀ ਅਸੀਂ ਆਪਣਾ ਬੱਚਾ ਗਵਾ ਦਿੱਤਾ ਹੈ। ਮੈਂ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਿਆ, ਪਰ ਡਾਕਟਰ ਤਾਂ ਕਹਿ ਰਹੇ ਸਨ ਕਿ ਬੱਚੇ ਨੂੰ ਬਚਾਇਆ ਜਾ ਸਕਦਾ ਹੈ। ਅੰਕੁਰ ਨੇ ਮੇਰਾ ਹੱਥ ਫੜ ਲਿਆ ਅਤੇ ਕਿਹਾ, ਹਾਂ, ਪਰ ਇਸ ਦੇ ਬਦਲੇ ਤੁਹਾਡੀ ਜਾਨ ਚਲੀ ਜਾਂਦੀ। ਮੈਂ ਡਾਕਟਰ ਨੂੰ ਕਹਿ ਦਿੱਤਾ ਕਿ ਮੇਰੀ ਪਤਨੀ ਨੂੰ ਬਚਾਓ, ਬੱਚੇ ਤਾਂ ਫਿਰ ਹੋ ਜਾਣਗੇ। ਅੰਕੁਰ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਧੜਕਣ ਲੱਗਿਆ ਕਿ ਅੰਕੁਰ ਮੇਰੇ ਨਾਲ ਪਿਆਰ ਕਰਨ ਲੱਗਿਆ ਸੀ। ਮੇਰੇ ਦਿਲ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ, ਪਰ ਫਿਰ ਆਪਣੇ ਗਵਾਚੇ ਹੋਏ ਬੱਚੇ ਨੂੰ ਯਾਦ ਕਰਕੇ ਮੈਂ ਫਿਰ ਤੋਂ ਰੋ ਪਈ। ਭਲਾ ਹੀ ਮੈਂ ਪਹਿਲਾਂ ਉਸ ਬੱਚੇ ਦੇ ਆਉਣ ਦੇ ਕਾਰਨ ਖੁਸ਼ ਨਹੀਂ ਸੀ, ਫਿਰ ਹੁਣ ਉਹ ਮੇਰਾ ਬੱਚਾ ਸੀ, ਮੇਰਾ ਖੂਨ ਸੀ। ਮੈਂ ਉਸਨੂੰ 8 ਮਹੀਨੇ ਤੱਕ ਆਪਣੇ ਪੇਟ ਦੇ ਵਿੱਚ ਪਾਲਿਆ ਸੀ। ਅੰਕੁਰ ਨੇ ਮੈਨੂੰ ਤਸੱਲੀ ਦਿੱਤੀ, ਪਰ ਘਰ ਪਹੁੰਚਦੇ ਹੀ ਉਸਨੇ ਇੱਕ ਤੂਫਾਨ ਮਚਾ ਦਿੱਤਾ ਸੀ। ਘਰ ਦੇ ਵਿੱਚ ਸਾਰੇ ਲੋਕ ਜਮ੍ਹਾਂ ਸਨ ਅਤੇ ਅੰਕੁਰ ਗੁੱਸੇ ਦੇ ਵਿੱਚ ਚੀਕ ਰਿਹਾ ਸੀ, ਪੌੜੀਆਂ ਤੇ ਤੇਲ ਕਿਸ ਨੇ ਸੁੱਟਿਆ ਸੀ? ਉਸ ਦੇ ਸਵਾਲ ਦਾ ਜਵਾਬ ਨਾ ਮਿਲਣ ਤੇ ਉਹ ਸਿੱਧਾ ਵਿਸ਼ੈਲੀ ਦੇ ਵੱਲ ਮੁੜਿਆ। ਉਸਨੇ ਵਿਸ਼ੈਲੀ ਦਾ ਹੱਥ ਫੜਿਆ ਅਤੇ ਕਿਹਾ ਕਿ ਸੱਚ-ਸੱਚ ਦੱਸੋ, ਪੌੜੀਆਂ ਤੇ ਤੇਲ ਤੁਸੀਂ ਸੁੱਟਿਆ ਸੀ ਨਾ? ਝੂਠ ਨਾ ਬੋਲਿਓ, ਨਹੀਂ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ। ਅੰਕੁਰ ਦੇ ਗੁੱਸੇ ਦੇ ਕਾਰਨ ਵਿਸ਼ੈਲੀ ਕੰਬ ਗਈ ਸੀ। ਉਸਨੇ ਆਪਣਾ ਸਿਰ ਝੁਕਾ ਲਿਆ। ਵਿਸ਼ੈਲੀ ਦੀ ਚੁੱਪੀ ਨੇ ਸਾਰੇ ਜਵਾਬ ਦੇ ਦਿੱਤੇ ਸਨ। ਅੰਕੁਰ ਨੇ ਇੱਕ ਝਟਕੇ ਦੇ ਨਾਲ ਉਸਨੂੰ ਆਪਣੇ ਆਪ ਤੋਂ ਦੂਰ ਸਿੱਟਿਆ, ਕਹਿਣ ਲੱਗਿਆ, ਮੈਂ ਜਾਣਦਾ ਸੀ ਕਿ ਤੂੰ ਬਹੁਤ ਡਿੱਗ ਚੁੱਕੀ ਹੈ, ਪਰ ਇੰਨੀ ਜ਼ਿਆਦਾ ਕਿ ਕਿਸੇ ਮਾਸੂਮ ਦੀ ਜਾਨ ਲੈਣ ਦੀ ਕੋਸ਼ਿਸ਼ ਕਰੇਗੀ, ਪਰ ਇਹ ਨਹੀਂ ਸੋਚਿਆ ਸੀ ਅੱਜ ਤੋਂ ਤੇਰੇ ਅਤੇ ਮੇਰੇ ਵਿਚਕਾਰ ਰਿਸ਼ਤਾ ਖਤਮ ਹੋਣ ਹੀ ਇਸ ਘਰ ਦੇ ਵਿੱਚੋਂ ਨਿਕਲ ਜਾ। ਉਸ ਦਿਨ ਅੰਕੁਰ ਨੇ ਵਿਸ਼ੈਲੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਕੱਢ ਦਿੱਤਾ। ਕੁਝ ਹੀ ਦਿਨਾਂ ਦੇ ਵਿੱਚ ਤਲਾਕ ਦੇ ਪੇਪਰ ਵੀ ਤਿਆਰ ਕਰਵਾ ਲਏ ਅਤੇ ਵਿਸ਼ੈਲੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਦੂਰ ਕਰ ਦਿੱਤਾ। ਮੇਰੀ ਸਿਹਤ ਅਜੇ ਵੀ ਥੋੜੀ ਖਰਾਬ ਸੀ, ਕਮਜ਼ੋਰੀ ਬਹੁਤ ਜ਼ਿਆਦਾ ਸੀ। ਅੰਕੁਰ ਮੇਰਾ ਬਹੁਤ ਖਿਆਲ ਰੱਖਦਾ ਸੀ। ਉਸ ਦਿਨ ਵੀ ਅੰਕੁਰ ਮੇਰੇ ਕੋਲ ਆਇਆ, ਮੈਨੂੰ ਦਵਾਈਆਂ ਦਿੱਤੀਆਂ ਅਤੇ ਮੇਰਾ ਹੱਥ ਫੜ ਲਿਆ। ਮੈਂ ਪੁੱਛਿਆ, ਅੰਕੁਰ ਤੁਸੀਂ ਮੇਰੇ ਨਾਲ ਵਿਆਹ ਸਿਰਫ ਬੱਚੇ ਦੇ ਲਈ ਕੀਤਾ ਸੀ, ਫਿਰ ਤੁਸੀਂ ਕਿਉਂ ਮੈਨੂੰ ਬਚਾਇਆ? ਕਿਉਂ ਤੁਸੀਂ ਆਪਣੀ ਪਹਿਲੀ ਅਤੇ ਖਾਨਦਾਨੀ ਪਤਨੀ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ? ਅੰਕੁਰ ਨੇ ਇੱਕ ਡੂੰਘਾ ਸਾਹ ਲੈਂਦੇ ਹੋਏ ਕਿਹਾ, ਗੌਰੀ ਸਿਰਫ ਖਾਨਦਾਨ ਉੱਚਾ ਹੋਣ ਦੇ ਨਾਲ ਕੁਝ ਨਹੀਂ ਹੁੰਦਾ, ਉਸ ਦੇ ਸੰਸਕਾਰ ਵੀ ਉੱਚੇ ਹੋਣੇ ਚਾਹੀਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਵਿਸ਼ੈਲੀ ਮੇਰੀ ਪਸੰਦ ਦੀ ਪਤਨੀ ਸੀ? ਬਿਲਕੁਲ ਵੀ ਨਹੀਂ। ਉਹ ਤਾਂ ਮੇਰੇ ਤੇ ਇੱਕ ਬੋਝ ਦੀ ਤਰ੍ਹਾਂ ਥੋਪੀ ਗਈ ਸੀ। ਵਿਸ਼ੈਲੀ ਦੂਜੇ ਪਿੰਡ ਦੇ ਜ਼ਿਮੀਂਦਾਰ ਦੀ ਬੇਟੀ ਸੀ। ਉਹ ਲੋਕ ਵੀ ਹੈਸੀਅਤ ਦੇ ਵਿੱਚ ਚੰਗੇ ਸਨ, ਪਰ ਸਾਡੇ ਤੋਂ ਜ਼ਿਆਦਾ ਨਹੀਂ। ਮੈਂ ਕਦੇ ਵਿਸ਼ੈਲੀ ਦੇ ਪਿਓ ਨੂੰ ਮਿਲਣ ਦੇ ਲਈ ਜਾਂਦਾ ਸੀ, ਕਿਉਂਕਿ ਸਾਡਾ ਤੇ ਵਿਸ਼ੈਲੀ ਦੇ ਪਾਪਾ ਦਾ ਜ਼ਮੀਨਾਂ ਦਾ ਹਿਸਾਬ ਕਿਤਾਬ ਹੁੰਦਾ ਰਹਿੰਦਾ ਸੀ। ਉੱਥੇ ਹੀ ਮੇਰੀ ਮੁਲਾਕਾਤ ਵਿਸ਼ੈਲੀ ਦੇ ਨਾਲ ਹੋਈ ਸੀ। ਉਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ, ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ, ਪਰ ਮੇਰੇ ਵਿੱਚ ਉਸ ਦੇ ਲਈ ਕੋਈ ਦਿਲਚਸਪੀ ਨਹੀਂ ਸੀ। ਇੱਕ ਦਿਨ ਕੁਝ ਜ਼ਰੂਰੀ ਕਾਗਜ਼ ਸਨ ਜੋ ਵਿਸ਼ੈਲੀ ਦੇ ਪਾਪਾ ਤੋਂ ਸਾਈਨ ਕਰਵਾਉਣੇ ਸਨ। ਮੈਂ ਉਹ ਪੇਪਰ ਲੈ ਕੇ ਵਿਸ਼ੈਲੀ ਦੇ ਘਰ ਗਿਆ, ਪਰ ਉਸ ਸਮੇਂ ਵਿਸ਼ੈਲੀ ਦੇ ਘਰ ਦੇ ਵਿੱਚ ਕੋਈ ਨਹੀਂ ਸੀ। ਨੌਕਰਾਣੀ ਮੈਨੂੰ ਕਹਿਣ ਲੱਗੀ ਕਿ ਤੁਸੀਂ ਛੋਟੀ ਮਾਲਕਣ ਦੇ ਕਮਰੇ ਦੇ ਵਿੱਚ ਚਲੇ ਜਾਓ, ਉਹ ਤੁਹਾਨੂੰ ਬੁਲਾ ਰਹੀ ਹੈ। ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਪਰ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣੇ ਜ਼ਰੂਰੀ ਸਨ। ਇਸ ਕਰਕੇ ਮੈਂ ਕਾਗਜ਼ ਲੈ ਕੇ ਵਿਸ਼ੈਲੀ ਦੇ ਕਮਰੇ ਦੇ ਵਿੱਚ ਚਲਾ ਗਿਆ। ਅੰਦਰ ਜਾਣ ਤੇ ਮੈਂ ਹੈਰਾਨ ਹੋ ਗਿਆ। ਵਿਸ਼ੈਲੀ ਨਹਾਉਣ ਤੋਂ ਬਾਅਦ ਸਿਰਫ ਇੱਕ ਟਾਵਲ ਦੇ ਵਿੱਚ ਸੀ। ਮੈਂ ਜਲਦੀ ਨਾਲ ਮੁੜਿਆ, ਪਰ ਵਿਸ਼ੈਲੀ ਨੇ ਕਿਹਾ ਕਿ ਰੁਕ ਜਾਓ ਅੰਕੁਰ। ਉਹ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਉਹ ਹੌਲੀ-ਹੌਲੀ ਮੇਰੇ ਵੱਲ ਵੱਧਦੀ ਜਾ ਰਹੀ ਸੀ। ਉਸਨੇ ਕਿਹਾ, ਅੰਕੁਰ ਮੇਰੇ ਤੋਂ ਦੂਰ ਨਾ ਜਾਓ, ਮੈਂ ਕਦੋਂ ਤੋਂ ਤੁਹਾਡੇ ਲਈ ਤੜਫ ਰਹੀ ਹਾਂ। ਅੱਜ ਜਦੋਂ ਇਹ ਮੌਕਾ ਮਿਲਿਆ ਹੈ ਤਾਂ ਇਸ ਨੂੰ ਹੱਥੋਂ ਨਾ ਜਾਣ ਦਿਓ। ਉਹ ਮੇਰੇ ਨੇੜੇ ਆਉਣ ਲੱਗੀ ਅਤੇ ਮੈਂ ਉਸਨੂੰ ਆਪਣੇ ਆਪ ਤੋਂ ਦੂਰ ਧੱਕਣ ਲੱਗਿਆ, ਪਰ ਮੈਂ ਵੀ ਇੱਕ ਇਨਸਾਨ ਸੀ। ਉਸ ਦੀ ਖੂਬਸੂਰਤੀ ਅਤੇ ਜਵਾਨੀ ਦੇ ਸਾਹਮਣੇ ਮੈਂ ਕਮਜ਼ੋਰ ਪੈ ਗਿਆ ਤੇ ਸਾਡੇ ਦੋਨਾਂ ਦੇ ਵਿਚਕਾਰ ਸਭ ਕੁਝ ਹੋ ਗਿਆ। ਅਚਾਨਕ ਦਰਵਾਜ਼ੇ ਤੇ ਖੜਖੜ ਦੀ ਆਵਾਜ਼ ਆਈ ਅਤੇ ਅਸੀਂ ਦੋਵੇਂ ਹੀ ਡਰ ਗਏ। ਮੇਰੀ ਸਮਝ ਦੇ ਵਿੱਚ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਵਿਸ਼ੈਲੀ ਨੇ ਜਲਦੀ ਨਾਲ ਕੱਪੜੇ ਪਾਏ ਅਤੇ ਦਰਵਾਜ਼ੇ ਦੇ ਵੱਲ ਵਧੀ। ਮੈਂ ਜਲਦੀ ਨਾਲ ਅੱਗੇ ਵਧ ਕੇ ਉਸਦਾ ਹੱਥ ਫੜ ਲਿਆ। ਮੈਂ ਕਿਹਾ, ਵਿਸ਼ੈਲੀ ਤੁਸੀਂ ਇਹ ਕੀ ਕਰ ਰਹੇ ਹੋ? ਜੇਕਰ ਦਰਵਾਜ਼ਾ ਖੋਲ੍ਹਿਆ ਤਾਂ ਸਾਡੀ ਬਦਨਾਮੀ ਹੋ ਜਾਵੇਗੀ। ਉਹ ਹੱਸੀ ਅਤੇ ਬੋਲੀ ਕਿ ਇਹੀ ਤਾਂ ਮੈਂ ਚਾਹੁੰਦੀ ਹਾਂ। ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸਦੇ ਪਿਤਾ ਪ੍ਰਮੋਦ ਚੌਧਰੀ ਖੜੇ ਸਨ। ਵਿਸ਼ੈਲੀ ਰੋਂਦੀ ਹੋਈ ਉਹਨਾਂ ਦੇ ਗਲ ਲੱਗ ਗਈ ਅਤੇ ਇੱਕ ਝੂਠੀ ਕਹਾਣੀ ਘੜ ਕੇ ਉਹਨਾਂ ਨੂੰ ਸੁਣਾਉਣ ਲੱਗੀ। ਉਸਦੇ ਪਿਤਾ ਨੇ ਜਲਦੀ ਨਾਲ ਪੰਚਾਇਤ ਬੁਲਾ ਲਈ ਅਤੇ ਪੰਚਾਇਤ ਦੇ ਫੈਸਲੇ ਦੇ ਨਾਲ ਮੇਰੀ ਅਤੇ ਵਿਸ਼ੈਲੀ ਦਾ ਵਿਆਹ ਕਰ ਦਿੱਤਾ ਗਿਆ। ਪਰ ਮੇਰੇ
ਦਿਲ ਦੇ ਵਿੱਚ ਵਿਸ਼ੈਲੀ ਦੇ ਲਈ ਨਫ਼ਰਤ ਪੈਦਾ ਹੋ ਗਈ ਸੀ। ਮੈਂ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ, ਪਰ ਉਹ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ। ਜਦੋਂ ਮੈਂ ਉਸਦੇ ਨੇੜੇ ਨਹੀਂ ਜਾਂਦਾ ਤਾਂ ਉਹ ਮੇਰੀ ਮਰਦਾਨਗੀ ਨੂੰ ਲੈ ਕੇ ਸਵਾਲ ਚੱਕਦੀ। ਆਖਰਕਾਰ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਮੈਂ ਉਸਨੂੰ ਆਪਣੀ ਮਰਦਾਨਗੀ ਦਿਖਾ ਦਿੱਤੀ ਸੀ। ਉਸ ਦਿਨ ਮੈਂ ਆਪਣੇ ਅੰਦਰ ਦਾ ਸਾਰਾ ਗੁੱਸਾ ਉਸ ਤੇ ਕੱਢ ਦਿੱਤਾ ਸੀ। ਮੇਰੀ ਦਾਦੀ ਨੂੰ ਮੇਰੇ ਬੱਚੇ ਦੀ ਚਾਹਤ ਸੀ, ਪਰ ਮੈਂ ਵਿਸ਼ੈਲੀ ਤੋਂ ਆਪਣਾ ਬੱਚਾ ਨਹੀਂ ਚਾਹੁੰਦਾ ਸੀ। ਉਹ ਇੱਕ ਚਲਾਕ ਅਤੇ ਘਟੀਆ ਕਰੈਕਟਰ ਦੀ ਔਰਤ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਉਸ ਦੇ ਸੰਸਕਾਰ ਮੇਰੇ ਬੱਚੇ ਦੇ ਵਿੱਚ ਵੀ ਆਉਣ। ਫਿਰ ਜਦੋਂ ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਤਾਂ ਤੁਹਾਡੀ ਮਾਸੂਮੀਅਤ ਨੇ ਮੇਰਾ ਦਿਲ ਖੋਹ ਲਿਆ ਸੀ। ਮੈਂ ਤੁਹਾਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਿਆਰ ਕਰ ਬੈਠਾ ਅਤੇ ਇਸ ਕਰਕੇ ਮੈਂ ਤੁਹਾਡੇ ਨਾਲ ਵਿਆਹ ਕਰ ਲਿਆ। ਇਹ ਸੋਚਣਾ ਬੰਦ ਕਰ ਦਿਓ ਗੌਰੀ ਕਿ ਮੈਂ ਤੁਹਾਡੇ ਨਾਲ ਵਿਆਹ ਸਿਰਫ ਬੱਚੇ ਦੇ ਲਈ ਕੀਤਾ ਸੀ। ਮੈਂ ਤੁਹਾਡੇ ਨਾਲ ਪਿਆਰ ਕਰਨ ਲੱਗਿਆ ਸੀ ਅਤੇ ਜਦੋਂ ਵਿਸ਼ੈਲੀ ਨੇ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਗੁੱਸਾ 7ਵੇਂ ਸਮਾਨ ਤੇ ਪਹੁੰਚ ਗਿਆ। ਉਸ ਨੇ ਮੇਰੇ ਬੱਚੇ ਦੀ ਜਾਨ ਲੈ ਕੇ ਮੇਰੇ ਅੰਦਰ ਦੇ ਗੁੱਸੇ ਨੂੰ ਭੜਕਾ ਦਿੱਤਾ। ਮੈਂ ਉਸ ਨੂੰ ਹਮੇਸ਼ਾ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤਾ। ਅੰਕੁਰ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਸਕੂਨ ਦੇ ਨਾਲ ਭਰ ਗਿਆ ਸੀ। ਹੁਣ ਉਹ ਸਿਰਫ ਮੇਰਾ ਸੀ। ਮੈਂ ਆਪਣਾ ਸਿਰ ਉਸ ਦੇ ਮੋਢਿਆਂ ਤੇ ਰੱਖ ਦਿੱਤਾ। ਉਸ ਨੇ ਮੇਰੇ ਵਾਲਾਂ ਦੇ ਵਿੱਚ ਹੱਥ ਫੇਰਦੇ ਹੋਏ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਦਿਵਾਇਆ। ਉਸ ਨੇ ਮੇਰੇ ਮੱਥੇ ਨੂੰ ਚੁੰਮ ਕੇ ਕਿਹਾ, ਹੁਣ ਤੁਸੀਂ ਆਰਾਮ ਕਰੋ, ਤੁਹਾਨੂੰ ਆਰਾਮ ਦੀ ਜ਼ਰੂਰਤ ਹੈ। ਦਿਨ ਹੌਲੀ ਹੌਲੀ ਲੰਘਣ ਲੱਗੇ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀ ਮੋੜਨ ਲੱਗੀ। ਅੰਕੁਰ ਦੀ ਰਾਹਤ ਨੇ ਮੈਨੂੰ ਫਿਰ ਅੰਦਰ ਤੋਂ ਜਿਉਣ ਦੀ ਇੱਛਾ ਦਿੱਤੀ। ਮੈਂ ਉਹ ਖੁਸ਼ ਰਹਿਣ ਲੱਗੀ। ਘਰ ਦੇ ਲੋਕ ਵੀ ਹੁਣ ਮੈਨੂੰ ਪਿਆਰ ਕਰਨ ਲੱਗੇ। ਉਹਨਾਂ ਨੇ ਮੈਨੂੰ ਇਸ ਘਰ ਦੀ ਬਹੂ ਦੇ ਰੂਪ ਦੇ ਵਿੱਚ ਅਪਣਾ ਲਿਆ ਸੀ। ਘਰ ਦੇ ਲੋਕਾਂ ਦਾ ਪਿਆਰ ਅਤੇ ਅੰਕੁਰ ਦਾ ਪਿਆਰ ਪਾ ਕੇ ਮੇਰੀ ਦੁਨੀਆ ਸਵਰ ਗਈ ਸੀ। ਅੰਕੁਰ ਨੂੰ ਲੱਗਦਾ ਸੀ ਕਿ ਵਿਸ਼ਾਲੀ ਪੰਚਾਇਤ ਦੇ ਵਿੱਚ ਜਾ ਕੇ ਆਪਣੇ ਲਈ ਇਨਸਾਫ ਮੰਗੇਗੀ, ਪਰ ਉਸਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਸੀ। ਉਸਨੇ ਆਪਣੇ ਲਈ ਇੱਕ ਨਵਾਂ ਸ਼ਿਕਾਰ ਲੱਭ ਲਿਆ। ਹੌਲੀ ਹੌਲੀ ਅਸੀਂ ਵਿਸ਼ਾਲੀ ਨੂੰ ਬਿਲਕੁਲ ਭੁਲਾ ਦਿੱਤਾ ਅਤੇ ਹੌਲੀ ਹੌਲੀ ਮੈਂ ਆਪਣੇ ਪਿਆਰ ਅਤੇ ਆਪਣੀ ਸੱਚਾਈ ਦੇ ਨਾਲ ਆਪਣੇ ਘਰ ਵਾਲਿਆਂ ਦਾ ਦਿਲ ਜਿੱਤ ਲਿਆ ਸੀ। ਅਗਲੇ ਹੀ ਸਾਲ ਮੈਂ ਇੱਕ ਗੋਲ ਮਟੋਲ ਅਤੇ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਨਾਲ ਸਾਡਾ ਪਰਿਵਾਰ ਪੂਰਾ ਹੋ ਗਿਆ। ਹੁਣ ਮੈਂ ਪੂਰੀ ਤਰ੍ਹਾਂ ਖੁਸ਼ ਸੀ ਕਿਉਂਕਿ ਮੈਨੂੰ ਇਸ ਘਰ ਦੇ ਵਿੱਚ ਬਹੂ ਹੋਣ ਦਾ ਮਾਣ ਸਨਮਾਨ ਮਿਲਿਆ ਅਤੇ ਨਾਲ ਹੀ ਹੁਣ ਮੈਂ ਅੰਕੁਰ ਦੇ ਦਿਲ ਤੇ ਵੀ ਰਾਜ ਕਰ ਰਹੀ ਸੀ। ਉਹ ਮੈਨੂੰ ਹਰ ਤਰ੍ਹਾਂ ਦੇ ਨਾਲ ਪਤਨੀ ਦਾ ਮਾਣ ਸਨਮਾਨ ਦਿੰਦਾ ਸੀ ਅਤੇ ਮੈਂ ਉਸਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਇਨਸਾਨ ਬਣ ਗਈ ਸੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।